ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਜੇ ਜਾਣਾ ਲੜ ਸਿਜਣਾ, ਪੀੜੀ ਪਾਈ ਗੰਢ। ਤੈ ਜੀਵੜ ਮੈਂ ਨਾਹੇ ਕੋ, ਸਭ ਜਗ ਡਿਠਾ ਹੰਡ। ਜੇ ਜਾਣਾ ਲੜ ਸਿਜਣਾ, ਪੀੜੀ ਪਾਈ ਗੰਢ। ਤੈ ਜੀਵੜ ਮੈਂ ਨਾਹੇ ਕੋ, ਸਭ ਜਗ ਡਿਠਾ ਹੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਬੜੇ ਪਿਆਰ ਨਾਲ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸ਼ੇਖ ਬਾਬਾ ਫਰੀਦ ਜੀ, ਉਹਨਾਂ ਦੇ ਪਾਵਨ ਸ਼ਲੋਕਾਂ ਦੀ ਆਪਾਂ ਵਿਚਾਰ ਲੜੀਵਾਰ ਕਰ ਰਹੇ ਹਾਂ। ਅੱਜ ਦਾ ਜੋ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਤੇ ਜਿਸ ਦਾ ਪਾਠ ਆਪ ਜੀ ਸਰਵਣ ਕਰਕੇ ਤੇ ਸਕਰੀਨ ਉੱਤੇ ਉਹ ਸ਼ਬਦ ਦੇਖ ਰਹੇ ਹੋ, ਇਹ 5ਵਾਂ ਸ਼ਲੋਕ ਹੈ, ਜਿਸ ਵਿੱਚ ਬਾਬਾ ਫਰੀਦ ਸਾਹਿਬ ਨੇ ਜੋ ਬਖਸ਼ਿਸ਼ ਰਹਿਮਤ ਕੀਤੀ ਹੈ। ਜਿਵੇਂ ਸਤਿਗੁਰੂ ਮਤ ਬੁੱਧ ਤੇ ਸੋਝੀ ਬਖਸ਼ਿਸ਼ ਕਰਨਗੇ ਆਪ ਜੀ ਨਾਲ ਮੈਂ ਇਹ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗਾ। ਆਓ ਸਾਧ ਸੰਗਤ ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਸਾਰੀ ਸੰਗਤ ਪਿਆਰ ਸਹਿਤ ਆਖੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਵੱਜ ਕੇ ਆਖੀਏ ਜੀ ਸਤਨਾਮ। ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ੇਖ ਬਾਬਾ ਫਰੀਦ ਜੀ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਕਰ ਰਹੇ ਹਨ, ਪਹਿਲਾਂ ਜਿਵੇਂ ਅਸੀਂ ਅੱਖਰੀ ਅਰਥ ਸਮਝਦੇ ਹਾਂ ਤੇ ਉਸ ਤੋਂ ਬਾਅਦ ਫਿਰ ਉਹਦੀ ਵਿਆਖਿਆ ਭਾਵ ਅਰਥ ਉਸ ਨੂੰ ਆਪਾਂ ਵਿਚਾਰਦੇ ਹਾਂ। ਪਹਿਲਾਂ ਇਹਦੇ ਅੱਖਰੀ ਅਰਥ ਵੇਖੀਏ ਸ਼ਬਦ ਦੇ। ਜੇ ਜਾਣਾ, ਜੇ ਮੈਂ ਇਸ ਗੱਲ ਨੂੰ ਜਾਣਦਾ ਹੋਵਾਂ, ਕਿਹੜੀ ਗੱਲ ਨੂੰ? ਲੜ, ਲੜ ਮੈਨੇ ਦਾ ਪੱਲਾ, ਜਿਵੇਂ ਆਪਾਂ ਪੱਲੇ ਨੂੰ ਕਹਿੰਦੇ ਆ, ਲੜ ਕਹਿੰਦੇ ਆਪਾਂ ਨੂੰ। ਜੇ ਜਾਣਾ, ਜੇ ਮੈਂ ਇਸ ਗੱਲ ਨੂੰ ਜਾਣਦਾ ਹੋਵਾਂ, ਜਿਹੜਾ ਪੱਲਾ ਹੈ, ਲੜ ਹੈ, ਛਿਜਣਾ। ਛਿਜਣਾ ਦਾ ਮਤਲਬ ਹੁੰਦਾ ਟੁੱਟ ਜਾਣਾ, ਨਾਸ਼ ਹੋ ਜਾਣਾ, ਖਤਮ ਹੋ ਜਾਣਾ, ਮੁੱਕ ਜਾਣਾ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਮੈਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜਾ ਪੱਲਾ ਹੈ ਨਾ, ਇਹਨੇ ਟੁੱਟ ਜਾਣਾ ਹੈ, ਛਿਜ ਜਾਣਾ ਹੈ, ਖਤਮ ਹੋ ਜਾਣਾ ਹੈ, ਤੇ ਫਿਰ ਕੀ ਕਰਾਂ? ਜੇ ਪਤਾ ਵੀ ਇਹਨੇ ਟੁੱਟ ਜਾਣਾ ਹੈ ਪੱਲੜੇ ਨੇ, ਫਿਰ ਕਰਾਂ ਕੀ? ਪੀੜੀ। ਪੀੜੀ ਦਾ ਮਤਲਬ ਹੁੰਦਾ ਹੈ ਕਿ ਉੱਟ ਕੇ ਗੰਢ ਦੇਣੀ। ਵੈਸੇ ਜੇ ਇਹਨੂੰ ਅਸੀਂ ਇਉਂ ਲਈਏ, ਜਿਹੜੇ ਬਜ਼ੁਰਗ ਬੈਠੇ ਤੁਸੀਂ ਜਾਣਦੇ ਹੋਵੋਗੇ, ਆਪਾਂ ਕਹਿੰਦੇ ਹੁੰਦੇ ਸੀ ਵੀ ਜਦੋਂ ਕੋਈ ਜਿਵੇਂ ਆਪਾਂ ਭਰੀਆਂ ਬੰਨਣ ਵੇਲੇ, ਕਣਕ ਦੀਆਂ ਭਰੀਆਂ ਆਪਾਂ ਸਭ ਨੂੰ ਪਤਾ ਬੰਨਣ ਵੇਲੇ ਜਾਂ ਪੱਠੇ ਲਿਆਉਣ ਲੱਗਿਆ, ਉਦੋਂ ਆਪਾਂ ਕਹਿੰਦੇ ਸੀ ਵੀ ਇਹ ਘੁੱਟ ਕੇ ਗੰਢ ਹੈ, ਪੀਚਦੇ ਆਪਾਂ ਕਹਿੰਦੇ ਸੀ ਨਾ, ਇਹ ਸ਼ਬਦ ਵਰਤਿਆ। ਤਾਂ ਵੈਸੇ
ਵੱਖ-ਵੱਖ ਇਲਾਕਿਆਂ ਦੀ ਬੋਲੀ ਹੁੰਦੀ ਹੈ, ਕਈ ਇਲਾਕਿਆਂ 'ਚ ਕੋਈ ਬੋਲੀ ਬੋਲਦੇ ਤੇ ਆਪਾਂ ਕਹਿੰਦੇ ਸੀ ਇਹਨੂੰ ਐ ਘੁੱਟ ਦੇ ਇੱਕ ਵਾਰਾ ਗੰਢ ਨੂੰ, ਜਾਂ ਇਉਂ ਕਹਿ ਲਈਏ ਜੇ ਕਹਿੰਦੇ ਸੀ ਜ਼ਿਆਦਾ ਹੀ ਜੇ ਕਹਿੰਦੇ ਉਹਨੂੰ ਨਾ ਖੁੱਲੇ ਫਿਰ ਉਹ ਹਾਰੀ ਸਾਰੀ ਬੰਦੇ ਦੇ ਵੱਸ ਦੀ ਗੱਲ, ਇਹਨੂੰ ਕਹਿੰਦੇ ਸੀ ਨਾਗਵਲ ਹਾਰੀ ਸਾਰੀ ਬੰਦਾ ਨਹੀਂ ਲਾ ਸਕਦਾ, ਉਹ ਤੇ ਕੋਈ ਭੁਲੇਖਾ ਬੜਾ ਪੈਂਦਾ ਹੈ। ਨਾਗਵਲ ਪਾਉਣਾ ਵੀ ਬੜਾ ਹਰ ਇੱਕ ਬੰਦੇ ਤੋਂ ਨਹੀਂ ਪੈਂਦਾ, ਉਹਨੂੰ ਪਹਿਲਾਂ ਦੋ ਤਰ੍ਹਾਂ ਕਿਸੇ ਸਿਆਣੇ ਤੋਂ ਸਿੱਖਣਾ ਪੈਂਦਾ ਉਹਦੇ ਬਾਰੇ। ਕਹਿੰਦੇ ਸੀ ਜੇ ਜ਼ਿਆਦਾ ਹੀ ਚਾਹੁੰਦੇ ਹੋ ਨਾ ਵੀ ਖੁੱਲੇ ਹੀ ਨਾ, ਤੇ ਫਿਰ ਇਦਾਂ ਕਰੋ ਵੀ ਨਾਗਵਲ ਪਾ ਦਿਓ, ਜਿਹੜੇ ਮੈਂ ਅਰਥ ਕਰਨ ਲੱਗਾ ਬਾਬਾ ਫਰੀਦ ਸਾਹਿਬ ਜੋ ਕਹਿ ਰਹੇ ਨੇ। ਕਹਿੰਦੇ ਜੇ ਇਸ ਗੱਲ ਦਾ ਮੈਨੂੰ ਪਤਾ ਹੋਵੇ ਪੱਲਾ ਟੁੱਟ ਜਾਣਾ ਹੈ, ਛਿੱਜ ਜਾਣਾ ਹੈ, ਖੁੱਲ ਜਾਣਾ ਹੈ, ਤੇ ਫਿਰ ਇੱਕ ਕੰਮ ਕਰਾਂ ਮੈਂ, ਉਹ ਨਾ ਖੁੱਲੇ ਨਾ ਟੁੱਟੇ ਨਾ ਛਿੱਜੇ ਪੀਟੀ, ਮੈਂ ਉਹਨੂੰ ਐ ਘੁੱਟ ਕੇ ਗੰਢ ਦੇ ਦਿਆਂ, ਪੀਟੀ ਪਾਈ ਗੰਢ। ਬਾਬਾ ਫਰੀਦ ਸਾਹਿਬ ਕਹਿੰਦੇ ਘੁੱਟ ਕੇ ਗੰਢ ਮੈਂ ਦੇ ਦਿਆਂ। ਅੱਗੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੈ ਜੀਵੜ ਮੈਂ ਨਾਹੀ ਕੋ, ਜਿਹਦੇ ਪੱਲੇ ਨਾਲ ਘੁੱਟ ਕੇ ਗੰਢ ਦੇਣੀ ਉਹਦੇ ਬਾਰੇ ਪਤਾ ਵੀ ਹੋਣਾ ਚਾਹੀਦਾ ਨਾ ਵੀ ਕੌਣ ਹੈ ਉਹ, ਜਿਹਦੇ ਪੱਲੇ ਨਾਲ ਇਹ ਪੀਟੀ ਗੰਢ ਪਾਉਣੀ ਆ ਉਹ ਕੌਣ ਹੈ। ਤੈ ਜੀਵੜ ਮੈਂ ਨਾਹੀ ਕੋ, ਤੇਰੇ ਵਰਗਾ ਹੈ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਸਤਿਗੁਰੂ ਜੀ, ਮੈਨੂੰ ਕੋਈ ਨਹੀਂ ਦੱਸਿਆ, ਮੈਂ ਸਾਰਾ ਜਗਤ ਢੂੰਡ ਕੇ ਵੇਖ ਰਿਹਾ ਹੈ। ਤੈ ਜੀਵੜ ਮੈਂ ਨਾਹੀ ਕੋ, ਸਭ ਜਗ ਡਿਠਾ ਹੰਡ, ਹੰਡ ਦਾ ਮਤਲਬ ਬੰਦਾ ਫਿਰ ਕੇ ਵੇਖ ਲੈਣਾ। ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੇ ਅਰਥ ਹੋ ਗਏ, ਜੇ ਮੈਨੂੰ ਪਤਾ ਹੋਵੇ ਵੀ ਲੜ ਟੁੱਟ ਜਾਣਾ ਹੈ, ਛਿੱਜ ਜਾਣਾ ਹੈ, ਇਹ ਗੰਢ ਖੁੱਲ ਜਾਣੀ ਹੈ, ਤੇ ਮੈਂ ਇੱਕ ਕੰਮ ਕਰਾਂ ਵੀ ਖੁੱਲਣ ਤੋਂ ਪਹਿਲਾਂ ਇੰਨੀ ਘੁੱਟ ਕੇ ਦੇ ਦਿਆਂ ਗੰਢ, ਉਹ ਗੰਢ ਇੰਨੀ ਘੁੱਟ ਕੇ ਆਪਣੇ ਉਸ ਮਾਲਕ ਨਾਲ ਦੇਵਾਂ ਜਿਹਦੇ ਵਰਗਾ ਕੋਈ ਸੰਸਾਰ ਦੇ ਨਹੀਂ, ਜਗਤ ਵਿੱਚ ਨਹੀਂ, ਮੈਂ ਸਾਰੇ ਢੂੰਡ ਕੇ ਤੇ ਫਿਰ ਕੇ ਵੇਖ ਲਿਆ ਹੈ, ਉਹਦੇ ਨਾਲ ਮੈਂ ਆਪਣੀ ਘੁੱਟ ਕੇ ਗੰਢ ਪੱਲੇ ਦੀ ਬੰਨ੍ਹਣਾ ਚਾਹੁੰਦਾ ਹਾਂ। ਹੁਣ ਇਹ ਸ਼ਬਦ ਬਾਬਾ ਫਰੀਦ ਸਾਹਿਬ ਜੀ ਨੇ ਕਿਉਂ ਵਰਤਿਆ? ਮੈਂ ਪਿਛਲੇ ਸ਼ਲੋਕ ਦੇ ਅਰਥ ਕੀਤੇ ਸੀ, ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਉਹਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਦੋਂ ਅਰਥ ਕੀਤੇ ਤੇ ਭੂਮਿਕਾ 'ਚ ਲਿਖਿਆ ਹੈ ਕਿ ਇਹ ਇੱਕ ਲਹਿੰਦੇ ਪੰਜਾਬ ਦੀ ਰਸਮ ਸੀ ਹਿੰਦੂ ਘਰਾਣਿਆਂ ਦੇ ਅੰਦਰ, ਕਿ ਲੜਕੀ ਨੇ ਤੇ ਲੜਕੇ ਨੇ ਸਹੁਰੇ ਘਰੇ ਜਦੋਂ ਪਹੁੰਚ ਜਾਂਦੀ ਲੜਕੀ, ਉਹਨਾਂ ਤਿਲ ਪਾ ਲੈਣੇ ਖੁੱਲੇ ਭਾਂਡੇ ਵਿੱਚ, ਲੜਕੀ ਨੇ ਬੁੱਕ ਭਰਨਾ ਤਿਲਾਂ ਦਾ ਤੇ ਆਪਣੇ ਪਤੀ ਦੇ ਹੱਥ ਵਿੱਚ ਪਾਉਣਾ, ਪਤੀ ਨੇ ਬੁੱਕ ਭਰਨਾ ਤੇ ਪਤਨੀ ਦੇ ਹੱਥ ਵਿੱਚ ਪਾਉਣਾ ਹੁੰਦਾ, ਇਹਨੂੰ ਤਿਲ ਵੇਤਰੇ ਕਹਿੰਦੇ ਆ। ਤੇ ਜਿਹੜਾ ਅੱਜ ਬਾਬਾ ਫਰੀਦ ਸਾਹਿਬ ਨੇ ਜ਼ਿਕਰ ਕੀਤਾ ਇਹ ਵੀ ਉਸ ਘਰਾਣੇ ਨਾਲ ਸੰਬੰਧਿਤ ਹੀ ਹੈ। ਇਹ ਲਹਿੰਦੇ ਪੰਜਾਬ ਦੇ ਅੰਦਰ ਹਿੰਦੂ ਘਰਾਣਿਆਂ ਦੇ ਅੰਦਰ ਅੱਜ ਵੀ ਚੱਲਦੀ ਹੋਏਗੀ ਰਸਮ, ਵੈਸੇ ਉਹਨੂੰ ਕਹਿੰਦੇ ਆ ਗੰਢ ਚਿਤਰਾਵਾ। ਇਹਦੇ ਅਰਥ ਜਿਹੜੇ, ਇਹਦਾ ਗੰਢ ਚਿਤਰਾਵਾ ਇਹ ਰਸਮ ਹੈ ਇੱਕ। ਉਹ ਗੰਢ ਚਿਤਰਾਵਾ ਕੀ ਹੈ? ਜਦੋਂ ਫੇਰੇ ਹੁੰਦੇ ਆ, ਵਿਆਹ ਹੁੰਦਾ, ਜਿਹਨੂੰ ਅਸੀਂ ਆਪਾਂ ਆਨੰਦ ਕਾਰਜ ਕਹਿੰਦੇ ਆ, ਪਰ ਹਿੰਦੂ ਧਰਮ ਦੀ ਗੱਲ ਕਰ ਰਹੇ ਹਾਂ, ਉਦੋਂ ਕਹਿੰਦੇ ਫੇਰੇ ਹੋ ਗਏ। ਫੇਰੇ ਹੋਣ ਤੋਂ ਬਾਅਦ ਕੀ ਹੁੰਦਾ ਹੈ, ਜਿਹੜਾ ਪਰਿਵਾਰ ਨੇ ਦਾਜ ਦੇਣਾ ਹੁੰਦਾ ਹੈ ਨਾ ਲੜਕੀ ਨੂੰ, ਜਿਹੜਾ ਪਲੰਘ ਲੜਕੀ ਨੂੰ ਦੇਣਾ ਹੁੰਦਾ, ਉਸ ਪਲੰਘ ਦੇ ਉੱਤੇ ਪ੍ਰਾਹੁਣੇ ਨੂੰ ਬਿਠਾਇਆ ਜਾਂਦਾ ਹੈ, ਉੱਥੇ ਹੀ ਉਸ ਲੜਕੀ ਨੂੰ ਬਿਠਾਇਆ ਜਾਂਦਾ, ਦੋਵਾਂ ਜਾਣਿਆਂ ਨੂੰ ਉਸ ਪਲੰਘ ਦੇ ਉੱਪਰ, ਦੋਨਾਂ ਨੂੰ ਬਿਠਾ ਕੇ ਫਿਰ ਉਹਨਾਂ ਦੇ ਪੱਲੇ ਦੇ ਨਾਲ ਗੰਢ ਬੰਨ੍ਹੀ ਜਾਂਦੀ ਹੈ। ਤੇ ਜਿਹੜਾ ਪੁਰੋਹਿਤ ਹੁੰਦਾ ਹੈ, ਪੁਰੋਹਿਤ ਮੈਨੇ ਪੰਡਿਤ, ਉਹ ਜਿਹੜਾ ਬ੍ਰਾਹਮਣ ਹੈ, ਉਹ ਲਾਵਾਂ ਫੇਰੇ ਕਰਾਉਣ ਵਾਲਾ, ਉਹ ਫਿਰ ਕੀ ਕਰਦਾ, ਕੁਝ ਸ਼ਲੋਕ ਪੜ੍ਹਦਾ ਹੈ। ਉਹ ਜਿਹੜੀ ਗੰਢ ਦਿੱਤੀ ਹੁੰਦੀ ਹੈ, ਉਧਰੋਂ ਗੰਢ ਦਿੱਤੀ ਜਾਂਦੀ, ਉਧਰੋਂ ਕੁਝ ਸ਼ਲੋਕ ਪੜ੍ਹਦਾ ਹੈ। ਉਹ ਕਹਿੰਦੇ ਇਹਦਾ ਰਸਮ ਦਾ ਮਤਲਬ ਇਹ ਹੈ ਕਿ ਜਿਵੇਂ ਉਸ ਵੇਲੇ ਉਹ ਗੰਢ ਦੋਵਾਂ ਦੇ ਪੱਲਿਆਂ ਨੂੰ ਦੇ ਕੇ ਤੇ ਪੁਰੋਹਿਤ ਕੁਝ ਸ਼ਬਦ ਪੜ੍ਹਦਾ ਹੈ, ਉਹ ਇਹ ਕਹਿੰਦਾ ਹੈ ਵਾਹਿਗੁਰੂ ਪਰਮਾਤਮਾ ਅੱਲਾਹ ਖੁਦਾ ਰਾਮ ਜੀ ਕਿਰਪਾ ਕਰਿਓ ਕਿ ਇਹਨਾਂ ਦੇ ਪੱਲੇ ਨਾਲ ਦਿੱਤੀ ਹੋਈ ਗੰਢ ਸਦਾ ਦੇ ਲਈ ਐਵੇਂ ਪਿਆਰ ਬਣ ਜਾਏ ਜਿਵੇਂ ਇਹ ਗੰਢ ਜਿਹੜੀ ਹੈ ਦੋਵਾਂ ਪੱਲਿਆਂ ਦਿੱਤੀ ਗਈ, ਇਸ ਤਰ੍ਹਾਂ ਇਹਨਾਂ ਦਾ ਜ਼ਿੰਦਗੀ ਨਿਰਵਾਹ ਹੋਵੇ, ਇਹਨਾਂ ਦਾ ਪਿਆਰ ਹੋਵੇ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਨੇ ਇਹ ਸਾਰਾ ਕੁਝ ਆਪਣੇ ਇਲਾਕੇ 'ਚ ਦੇਖਿਆ ਸੀ। ਪਹਿਲੀ ਉਦਾਹਰਨ ਉਹ ਵੀ ਲਈ ਜਿਹੜੀ ਵਿਆਹ ਨਾਲ ਸੰਬੰਧਿਤ ਹੈ, ਇਹ ਵੀ ਵਿਆਹ ਨਾਲ ਸੰਬੰਧਿਤ ਉਦਾਹਰਨ ਹੈ ਜਿਹਨੂੰ ਗੰਢ ਚਿਤਰਾਵਾ ਕਹਿੰਦੇ। ਹੁਣ ਆਪਾਂ ਅਸੀਂ ਇਹਦੇ ਅਰਥ ਕਰ ਲੈ, ਹੁਣ ਅਸੀਂ ਭਾਵ ਅਰਥ ਦੇਖਣੇ ਆ। ਪਹਿਲੀ ਗੱਲ ਤੇ ਇਹ, ਮੈਂ ਇਸ ਨੂੰ ਦੋ ਭਾਗਾਂ 'ਚ ਲਿਆ ਹੈ ਸ਼ਬਦ ਨੂੰ। ਇੱਕ ਤਾਂ ਪੀਟੀ ਗੰਢ ਕੀ ਹੈ, ਇਹਦੇ ਤੇ ਆਪਾਂ ਵੇਖਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਤੇ ਇਤਿਹਾਸ ਵਿੱਚੋਂ। ਦੂਸਰਾ ਦੇਖਣਾ ਕਿ ਤੈ ਜੀਵੜ ਮੈਂ ਨਾਹੀ ਕੋ। ਇਹ ਦੋ ਗੱਲਾਂ ਦੇ ਉੱਤੇ ਮੇਰਾ ਜਿਹੜਾ ਸਾਰਾ ਫੋਕਸ ਰਹੇਗਾ ਵਿਚਾਰ ਦਾ। ਪਹਿਲਾਂ ਅਸੀਂ ਪੀਟੀ ਗੰਢ ਉੱਤੇ ਬੋਲਾਂਗੇ ਵੀ ਪੀਟੀ ਗੰਢ ਕੀ ਹੁੰਦੀ ਹੈ ਜਿਹੜੀ ਬਾਬਾ ਫਰੀਦ ਸਾਹਿਬ ਨੇ ਕਹੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੇਖਦੇ ਹਾਂ ਤੇ ਮਹਾਰਾਜ ਦੇ ਬੜੇ ਬਚਨ ਆਉਂਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਦੇ 'ਚ ਮਹਾਰਾਜ ਕਹਿੰਦੇ ਹੇ ਪ੍ਰਮਾਤਮਾ ਵਾਹਿਗੁਰੂ ਜੀ, ਮੈਂ ਅਗਿਆਨੀ ਹਾਂ, ਮੈਂ ਬੇਸਮਝ ਹਾਂ, ਮੈਨੂੰ ਸਮਝ ਕੋਈ ਨਹੀਂ, ਮੈਨੂੰ ਆਪਣਾ ਘੁੱਟ ਕੇ ਪੱਲਾ ਫੜਾ ਦਿਓ ਤਾਂ ਕਿ ਮੈਂ ਇਸ ਸੰਸਾਰ ਦੇ ਵਿੱਚੋਂ ਅੰਧਾ ਅਗਿਆਨੀ ਨਿਕਲ ਜਾਵਾਂ। ਇਹ ਸਤਿਗੁਰੂ ਦੇ ਬਚਨ ਨੇ। ਮਹਾਰਾਜ ਕਹਿੰਦੇ ਨੇ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਗੁਰੂ ਰਾਮਦਾਸ ਦਾ ਸ਼ਬਦ ਹੈ।
क्यों चालै मार्ग पंथा हम अंधले कहो गुर अंचल। अंचल पल्ले नूं कहंदे, पीढ़ी पाई गंढ दी आपां विचार कर रहे हैं। महाराज कहंदे ने हम अंधले को गुर अंचल दीजै जन नानक चल हैं मिलंथा। हे वैगुरु परमात्मा, मैं तेरे मार्ग ते चली जावां, किरपा करके मैनूं अपना पल्ला घुट के फड़ा दे। होर बचन गुरु ग्रंथ साहिब दी बाणी चों महाराज कहंदे, जे सागर तरना ना, भव सागर नूं पार होना है ते पल्ला फड़े तो बिना भव सागर पार नहीं किया जा सकता। अंचल गह कै साधका, साधका का मतलब गुरु का, अंचल कहते ने पल्ले नूं। अंचल गह, गह मैंने दा पकड़ना। मैं बोल रहा पीढ़ी पाई गंढ की है, गुरु ग्रंथ साहिब की बाणी च बड़े वचन ने। महाराज कहते हैं अंचल गह कै साधका तरना ए संसार। जे ए संसार तरना ते अंचल तेनों फड़ना पेगा, पल्ला तेनों फड़ना पेगा। और ये पल्ला जो पीढ़ी गंढ वाला कोई फड़ लेंदा है ते सच जानो ये गंढ जे इन्नी पक्की दिती जाए ते गुरु अपना संघासन भी दे दिंदा है। जे गंढ पक्की हो जाए तो सतगुरु गुरु नानक देव महाराज जी करतारपुर ने, मैं कुछ इतिहास दियां साखियां साझियां करनियां ताकि ये गल स्पष्ट होए कि पीढ़ी गंढ की जिहड़ी बाबा फरीद साहब कह रहे, और जिन्हां ने पाई है पीढ़ी गंढ उन्हां दा जीवन कैसा बन जाता है। सतगुरु गुरु नानक देव महाराज जी करतारपुर की धरती ते ने ते साहब दे दर्शन करने वास्ते साध संगत जी एक इउं कह लो कि एक टोला आउंदा है जिहड़ा सतगुरु महाराज दर्शन करने वास्ते। वो जाते तो भावें देवियां की पूजा करने, पर जो अज रस्ते च उतरदियां होइयां करतारपुर ठहर गए, उन्होंने गुरु नानक महाराज के वचन भी सुने सन। जो करतारपुर ठहरे ने तो सतगुरु गुरु नानक देव सच्चे पातशाह महाराज जी का प्रभाव इन्ना पिया उन्हां दे उत्ते, उन्हां विचों एक ने प्रण कर लिया कि मैं इत्थे रहना जाना नहीं। उहदा नाम है भाई लहणा। मैं गल कर लगा पीढ़ी गंढ की हुंदी है। उन्हें कहा मैं नहीं जाना, बाकी सारे जाने जाना तो चले जाओ। साध संगत जी उन्होंने की कीता, दिन का चढ़ाव हुंदा है, ये जाते ने गुरु नानक साहब के दर्शन नहीं किए, जे वेख्या नहीं। सतगुरु गुरु नानक देव सच्चे पातशाह महाराज दर्शन करने वास्ते महाराज अपने खेतों च काम करते हैं। गुरु नानक देव सच्चे पातशाह महाराज जी खेती कर रहे हैं। भाई लहणा घोड़ी ते चढ़िया सी, साखी नूं बड़ी बार सुनिया है, पर मैं पीढ़ी गंढ उत्ते इस साखी नूं ढकाया भी की हुंदी है पीढ़ी गंढ जी बाबा फरीद साहब कह रहे हैं। गुरु नानक देव सच्चे पातशाह खेतों च काम करते हैं। भाई लहणा जी आउंदे ने, उन्होंने इस बजुर्ग नूं धन गुरु नानक देव महाराज ने पहला नहीं सी वेख्या। उन्होंने पूछ लिया भी मैं इस नगर विच नानक निरंकारी रहिंदे, मैं उन्होंने दर्शन करने वास्ते आया, तुहानूं उन्हां दे घर बारे कोई जानकारी होवे, कोई पता होवे। ते गुरु नानक देव महाराज जी कहते पुरखा थोड़ा जिहा समा ठहर, मैं भी उधर ही जाना जिथे तू जाना चाहुंदा है। दस्सिया नहीं महाराज ने, मैं भी उत्थे ही जाना जिथे तू जाना है। महाराज कहते थोड़ा समा ठहर। ये घोड़ी ते ही है भाई लहणा जी। महाराज ने अपना काम समेटिया। गुरु नानक देव सच्चे पातशाह महाराज जी ने कई घोड़ी जो भी सी मोढे ते रखी। गुरु नानक देव महाराज जी तुरे जा रहे हैं ते कहते पुरखा अपनी घोड़ी दी वागा मैनू फड़ा दे। आ है पीढ़ी गंढ। महाराज कहते अपनी घोड़ी दी वागा मैनू फड़ा दे। घोड़ी दी वागा पकड़ लिया। अगे अगे गुरु नानक देव जी जाते, पिछे पिछे भाई लहणा जा रहा है। ते रस्ते च जांदियां जांदियां गल्लां भी तां करदे ने ना, चुप करके तां बैठे नहीं हो। वो पुछदा गुरु, ये सिर्फ उडारियां हुंदियां ने विद्वानां दियां। वो पुछदे गुरु नानक देव महाराज जी नूं भी तुसीं ते बड़िया भागां वाले हो जिहड़े इस नगर च रहिंदे हो। इस नगर च नहीं इकल्ले रहिंदे, तुसीं तां दिन रात उन्हां दे दर्शन करदे होगे जिन्हां नूं नानक निरंकारी कहंदे आ। महाराज हंगारा भरी जा रहे भी जो तू कह रहे ठीक कह रहे हैं। महाराज दस नहीं रहे। गुरु नानक देव सच्चे पातशाह नाल गल्लां बातां करदे जदों पहुंचे, महाराज कहते पुरखा अपनी घोड़ी उत्ते बन के उतों पानी वरत के हथ मूँह धो के और सामने कमरे च आ जा, जिन्होंने तू दे मिलने वास्ते आया उत्थे तेनों मिल पेगा। इन्ने चिर नूं महाराज ने अपने वस्त्र बदले। गुरु नानक देव महाराज जिहड़े खेतां दे काम वाले से, महाराज ने हथ मूँह धोता, वस्त्र बदले। महाराज ने अपने उसे कमरे च गुरु नानक देव महाराज जी जा बैठे, जिहदे च भाई लहणा गया। जदों वेख्या महाराज दे चेहरे वल्ले एकदम मन नूं झटका ते लगा भी जिन्हां दे दर्शन करन वास्ते उही ने। सतगुरु गुरु नानक देव महाराज जी के चरणों ते मत्था टेक दिता। इतिहासकार कहते किन्ना समा महाराज के चरणों तो सिर नहीं चुकिया भाई लहणे ने। इन्ना वैराग विच आ गए कि महाराज जी के दर्शन करने वास्ते आया, जिन्हों नानक निरंकारी कहते, जिहदे अगे सारी दुनिया झुकदी है। अज वो तुर के तुरिया आउंदा होवे ते मैं घोड़ी ते चढ़िया आउंदा सी। महाराज एडा वड्डा गुनाह मेरे कोल हो गया, बहुत वड्डा गुनाह मैं कर लिया।
महाराज कहते कोई गुनाह नहीं होया तेरे को। महाराज मैं तो आया सी भुल्लां बख्शाउण वास्ते, अज वाली भुल कदों बख्शी जाएगी? महाराज कहते भुल किहड़ी होई तेरे कोलों? कहता महाराज तुसी गुरु नानक निरंकारी मेरी घोड़ी दियां वागां फड़ के तुर के आओ ते मैं दर्शन करन वास्ते आया ते घोड़ी ते चढ़िया आउंदा, नाल तुहाडे नाल गल्लां भी दुनियावी करदा आउंदा। महाराज कहते नां की है तेरा? पीढ़ी गंढ की है? महाराज कहते तेरा नां की है? कहता जी मेरा नां लहणा है। ते महाराज कहते लहणेदार घोड़ियां ते चढ़ के आउंदे है। शब्द महाराज दा, लहणेदार घोड़ियां ते चढ़ के आउंदे है, जिन्ना कुछ देना हुंदा उह ते हत्थ जोड़ के अगे खड़े हुंदे है। ਇਹ ਬੜੀ ਡੂੰਘੀ ਰਮਜ ਸੀ ਮਹਾਰਾਜ ਦੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਿਹਨੇ ਬਣਨਾ ਹੈ। ਮਹਾਰਾਜ ਕਹਿੰਦੇ ਲਹਿਣੇਦਾਰ ਘੋੜੀਆਂ ਤੇ ਚੜ੍ਹ ਕੇ ਉਹਦੇ ਜਿੰਨਾ ਦੇਣਾ ਹੁੰਦਾ ਹੈ ਉਹ ਹੱਥ ਜੋੜਦੇ ਨੇ। ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਰਹੇ ਤੇ 7 ਸਾਲ ਇਹ ਇੰਨੀ ਪੱਕੀ ਗੰਢ ਪੈ ਗਈ, ਨਾਗਵਲ ਇੰਨਾ ਪੱਕਾ ਪੈ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦਿਨ ਕਹਿੰਦੇ ਦਿਨ, ਰਾਤ ਕਹਿੰਦੇ ਰਾਤ, ਮਹਾਰਾਜ ਦੀ ਸੇਵਾ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤੀ। ਹੁਣ ਕਿੱਡੀ ਕੁ ਪੀਢੀ ਗੰਢ ਸੀ ਇਹ ਭਲਾ। ਸਾਖੀਆਂ ਤੇ ਬਹੁਤ ਨੇ, ਮੈਂ ਜ਼ਿਆਦਾ ਵਿਸਥਾਰ ਨਹੀਂ ਕਰਨਾ, ਮੈਂ ਇੱਕ ਸਾਖੀ ਦੇ ਵਿੱਚ ਹੀ ਸਾਰੀ ਗੱਲ ਕਲੀਅਰ ਕਰ ਦੇਣੀ ਹੈ। ਬਹੁਤ ਸਾਖੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਤੇ ਭਾਈ ਲਹਿਣਾ ਜੀ ਦੀਆਂ ਸੰਬੰਧਿਤ ਇਹਦੇ ਨਾਲ, ਪਰ ਮੈਂ ਇੱਕ ਗੱਲ ਕਰਨੀ ਇਹਦੇ ਚ ਅਖੀਰ ਵਾਲੀ। ਗੁਰੂ ਨਾਨਕ ਦੇਵ ਮਹਾਰਾਜ ਜਿੱਦਣ ਇਸ ਸਿੰਘਾਸਨ ਤੇ ਬਿਠਾਉਣਾ ਸੀ ਨਾ, ਪੀਢੀ ਗੰਢ ਦੇਖਿਓ ਹੁਣ ਤੁਸੀਂ, ਪੀਢੀ ਪਾਈ ਗੰਢ। ਇਹ ਸ਼ਬਦ ਜਦੋਂ ਮੈਂ ਵੇਖ ਰਿਹਾ ਸੀ ਨਾ ਤਾਂ ਮੈਂ ਕਹਿੰਦਾ ਇਹਦੇ ਤੇ ਭਾਵੇਂ ਸਾਰੀ ਜ਼ਿੰਦਗੀ ਲੰਘ ਜਾਏ ਤਾਂ ਵੀ ਅਸੀਂ ਇਹਦੇ ਅਰਥ ਨਹੀਂ ਕਰ ਸਕਦੇ। ਕਿੱਡੀਆਂ ਡੂੰਘੀਆਂ ਰਮਜਾਂ ਬਾਣੀ 'ਚ ਇੱਕ ਇੱਕ ਸ਼ਬਦ ਵਿੱਚ ਰੱਖੀਆਂ ਨੇ ਜਿਹਦੀ ਤੁਸੀਂ ਵਿਆਖਿਆ ਕਈ ਜਨਮ ਆ ਕੇ ਵੀ ਨਹੀਂ ਪੂਰੀ ਕਰ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਸਿੰਘਾਸਨ ਤੇ ਬਿਠਾਉਣਾ ਜਿੱਥੇ ਆਪ ਬਹਿੰਦੇ ਨੇ, ਪਰ ਕੀ ਕੀਤਾ ਮਹਾਰਾਜ ਨੇ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਨਾ ਅੱਜ ਹਾਵ ਭਾਵ ਥੋੜੇ ਜਿਹੇ ਇਸ ਤਰ੍ਹਾਂ ਦੇ ਬਦਲ ਦਿੱਤੇ, ਕਿਉਂਕਿ ਯਾਦ ਰੱਖਿਓ ਜਿਹੜਾ ਪੇਪਰ ਹੁੰਦਾ ਨਾ ਉਹ ਦੱਸ ਕੇ ਨਹੀਂ ਹੁੰਦਾ ਹਮੇਸ਼ਾ, ਤੇ ਜੇ ਲੀਕ ਹੋ ਜਾਏ ਤਾਂ ਕੇਸ ਹੋ ਜਾਂਦਾ। ਆਪਾਂ ਨੂੰ ਸਭ ਨੂੰ ਪਤਾ ਨਾ ਪੇਪਰ ਲੀਕ ਜੇ ਕਰਦੇ ਕੋਈ ਤੇ ਕੇਸ ਕੀਤਾ ਜਾਂਦਾ। ਪੇਪਰ ਹੀ ਕਾਹਦਾ ਹੋਇਆ ਜਿਹੜਾ ਲੀਕ ਹੀ ਹੋ ਜਾਏ, ਤੇ ਜੇ ਹੋ ਜਾਏ ਤਾਂ ਮੁੜ ਕੇ ਸਰਕਾਰ ਫਿਰ ਬਦਲ ਦਿੰਦੀ ਹੈ, ਕਹਿੰਦੇ ਜੀ ਪੇਪਰ ਲੀਕ ਹੋ ਗਿਆ ਹੁਣ ਦੁਬਾਰਾ ਡੇਟ ਦਿਆਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੇਪਰ ਪਾਉਣਾ ਸੀ ਤੇ ਦੱਸ ਕੇ ਨਹੀਂ ਪਾਇਆ। ਮਹਾਰਾਜ ਨੇ ਆਪਣੇ ਹਾਵ ਭਾਵ ਬਦਲੇ, ਚਿਹਰੇ ਦੇ ਹਾਵ ਭਾਵ, ਆਪਣੀ ਅੱਖਾਂ ਦੇ ਹਾਵ ਭਾਵ। ਇਉਂ ਲੱਗਿਆ ਕਿ ਅੱਜ ਮਹਾਰਾਜ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀ ਹੋ ਗਿਆ? ਮਹਾਰਾਜ ਵੀਰ ਰਸ ਵਿੱਚ ਆ ਗਏ ਗੁਰੂ ਨਾਨਕ ਦੇਵ ਜੀ। ਹੱਥ ਵਿੱਚ ਡਾਂਗ ਫੜ ਲਈ ਮਹਾਰਾਜ ਨੇ ਤੇ ਡਾਂਗ ਫੜ ਕੇ ਮਹਾਰਾਜ ਕਾਲੀ ਕਾਲੀ ਤੁਰ ਪਏ ਉਸ ਆਪਣੇ ਕਰਤਾਰਪੁਰ ਸਰਾਂ ਚ, ਕਾਲੀ ਕਾਲੀ ਬਾਹਰ ਤੁਰ ਪਿਆ ਤੇ ਨਾਲ ਹੀ ਕਹਿ ਦਿੱਤਾ ਜਿਹੜਾ ਸਾਡੇ ਮਗਰ ਆਇਆ ਤੇ ਹਿਸਾਬ ਲਾ ਲਿਓ ਜੀ। ਸਾਰੇ ਹੈਰਾਨ ਵੀ ਇਦਾਂ ਤੇ ਕਦੀ ਮਹਾਰਾਜ ਨੇ ਕੀਤਾ ਹੀ ਨਹੀਂ, ਇਦਾਂ ਤੇ ਕਦੀ ਹੋਇਆ ਹੀ ਨਹੀਂ। ਇਹ ਕੀ ਕਾਰਨ ਹੈ? ਸਮਝ ਨਾ ਕੋਈ ਸਕਿਆ। ਇੱਥੋਂ ਤੱਕ ਮੈਂ ਇਹ ਨਹੀਂ ਕਹਿ ਰਿਹਾ ਕਿ ਬਾਬਾ ਬੁੱਢਾ ਸਾਹਿਬ ਦੀ ਆਪਣਾ ਜੀਵਨ ਉੱਤੇ ਆਪਾਂ ਕੋਈ ਤਰਕ ਨਹੀਂ ਕਰ ਰਹੇ, ਪਰ ਇੱਥੇ ਆ ਕੇ ਬਾਬਾ ਬੁੱਢਾ ਸਾਹਿਬ ਵੀ, ਉਹ ਵੀ ਗੁਰੂ ਨਾਨਕ ਮਹਾਰਾਜ ਦੀ ਉਸ ਰਮਜ ਨੂੰ ਨਾ ਸਮਝ ਸਕੇ। ਜਦੋਂ ਮਹਾਰਾਜ ਨੇ ਕਿਹਾ ਨਾ ਤੇ ਸਾਧ ਸੰਗਤ ਪੁੱਤ ਵੀ ਭਾਵੇਂ ਤੁਰੇ ਨਾਲ, ਬਾਬਾ ਬੁੱਢਾ ਜੀ ਵੀ ਤੁਰੇ, ਭਾਈ ਲਹਿਣਾ ਜੀ ਵੀ ਤੁਰੇ ਮਹਾਰਾਜ ਦੇ ਮਗਰ ਮਗਰ, ਪਰ ਥੋੜਾ ਕੁ ਦੂਰ ਜਾ ਕੇ ਪੁੱਤ ਵੀ ਪਿੱਛੇ ਹੋ ਗਏ, ਬਾਬਾ ਬੁੱਢਾ ਸਾਹਿਬ ਵੀ ਪਿੱਛੇ ਹੋ ਗਏ। ਫਿਰ ਮਹਾਰਾਜ ਨੇ ਜਿਹੜੇ 2-4 ਹੋਰ ਸੀ ਦਬਕਾ ਮਾਰਿਆ। ਮਹਾਰਾਜ ਕਹਿੰਦੇ ਜਾਣਾ ਕਿ ਡਾਂਗ ਹੈ ਮੇਰੇ ਕੋਲੇ। ਜਿਹੜੇ 2-4 ਸੀ ਉਹ ਵੀ ਮੁੜ ਗਏ। ਹੁਣ ਰਹਿ ਗਿਆ ਇੱਕੋ ਹੀ ਪੀਢੀ ਪਾਈ ਗੰਢ, ਉਹ ਰਹਿ ਗਿਆ ਇਕੱਲਾ ਭਾਈ ਲਹਿਣਾ। ਮਹਾਰਾਜ ਕਹਿੰਦੇ ਨੇ ਵੀ ਤੂੰ ਨਹੀਂ ਜਾਂਦਾ ਪੁਰਖਾ। ਉਹ ਕਹਿੰਦਾ ਮਹਾਰਾਜ ਕਿੱਥੇ ਜਾਵਾਂ? ਮਹਾਰਾਜ ਕਹਿੰਦੇ ਜਿੱਥੇ ਦੂਜੇ ਚਲੇ ਗਏ ਤੂੰ ਵੀ ਚਲਿਆ ਗਿਆ, ਤੂੰ ਮਗਰ ਕੀ ਲੈਣ ਆਉਂਦਾ ਹੈ? ਭਾਈ ਲਹਿਣ ਨੇ ਕਿਹਾ ਮਹਾਰਾਜ ਜਦੋਂ ਪਹਿਲੇ ਦਿਨ ਆਇਆ ਸੀ ਨਾ ਤੇ ਤੁਸੀਂ ਘੋੜੀ ਦੀਆਂ ਵਾਗਾਂ ਪਕੜ ਕੇ ਆਪਣੇ ਘਰ ਲੈ ਕੇ ਗਏ ਸੀ, ਤੇ ਜਿਸ ਦਿਨ ਆਪਣੇ ਘਰ ਖੜਿਆ ਸੀ ਮੈਂ ਘੋੜੀ ਦੀਆਂ ਵਾਗਾਂ ਤੇ ਬਾਹਰੀ ਤੌਰ ਤੇ ਫੜਾਈਆਂ ਨਾ, ਮਹਾਰਾਜ ਅੰਦਰਲਾ ਮਨ ਮੈਂ ਤੁਹਾਨੂੰ ਉਦੋਂ ਹੀ ਫੜਾ ਦਿੱਤਾ ਸੀ ਜਿੱਦਣ ਤੁਹਾਡੇ ਦਰਸ਼ਨ ਕੀਤੇ ਐ। ਮਨ ਤੁਹਾਡੇ ਕੋਲੇ ਐ, ਜਿੰਦ ਤੁਹਾਡੇ ਕੋਲੇ ਐ, ਮੈਂ ਤੁਹਾਡਾ ਹਾਂ। ਮਹਾਰਾਜ ਜਾਵਾਂ ਕਿੱਥੇ? ਮੈਨੂੰ ਕੋਈ ਜਗ੍ਹਾ ਹੀ ਨਹੀਂ ਲੱਭਦੀ, ਮੈਂ ਕਿੱਥੇ ਜਾਵਾਂ? ਆਹ ਹੈ ਪੀਢੀ ਪਾਈ ਗੰਢ। ਮਹਾਰਾਜ ਕਿੱਥੇ ਜਾਵਾਂ? ਮੈਨੂੰ ਤਾਂ ਜਗ੍ਹਾ ਹੀ ਕੋਈ ਨਹੀਂ ਮਿਲਦੀ। ਮਹਾਰਾਜ ਕਹਿੰਦੇ ਚਲਿਆ ਜਾ। ਮਹਾਰਾਜ ਨੇ ਬੜਾ ਦਬਕਾਇਆ, ਪਰ ਭਾਈ ਲਹਿਣਾ ਇੱਕੋ ਗੱਲ ਕਹਿੰਦਾ ਮਹਾਰਾਜ ਜਾਵਾਂ ਕਿੱਥੇ? ਜਗ੍ਹਾ ਹੀ ਨਹੀਂ ਕੋਈ ਮਿਲਦੀ। ਤੁਹਾਡੇ ਤੈਂ ਜੀਵਨ ਮੈਂ ਨਾਹੇ ਕੋ, ਇਹਦੇ ਅਰਥੇ ਵੀ ਕਰ ਸਕਦੇ ਆ, ਤੈਂ ਜੀਵਨ ਮੈਂ ਨਾਹੇ ਕੋ। ਮਹਾਰਾਜ ਕੋਈ ਹੈ ਹੀ ਨਹੀਂ ਦੂਜਾ, ਕਿੱਥੇ ਚਲਿਆ ਜਾਵਾਂ? ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਜਾਣਾ ਤੇ ਇੱਧਰ ਆ। ਮਹਾਰਾਜ ਦੱਸੋ। ਮਹਾਰਾਜ ਕਹਿੰਦੇ ਆ ਜਿਹੜਾ ਮੁਰਦਾ ਪਿਆ ਨਾ ਖਾ ਇਹਨੂੰ, ਜੇ ਜਾਣਾ ਨਹੀਂ ਤੇ। ਇਤਿਹਾਸਕਾਰ ਕਹਿੰਦੇ ਘੇਰੇ ਘੇਰੇ ਤੁਰਿਆ ਆਉਂਦਾ ਭਾਈ ਲਹਿਣਾ, ਉਹਦੀਆਂ ਪਰਿਕਰਮਾ ਕਰੀ ਜਾਂਦਾ। ਮਹਾਰਾਜ ਕਹਿੰਦੇ ਪਰਿਕਰਮਾ ਕਰਨ ਨੂੰ ਨਹੀਂ ਕਿਹਾ, ਖਾਣ ਨੂੰ ਕਿਹਾ ਹੈ। ਮਹਾਰਾਜ ਪਰਿਕਰਮਾ ਇਸ ਕਰਕੇ ਕਰਦਾ, ਮੈਂ ਤੁਹਾਡਾ ਅਗਲਾ ਬਚਨ ਉਡੀਕਦਾ ਹਾਂ, ਪੈਰਾਂ ਵਾਲੇ ਬੰਨਿਓ ਸ਼ੁਰੂ ਕਰਾਂ ਕਿ ਸਿਰ ਵਾਲੇ ਬੰਨਿਓ ਸ਼ੁਰੂ ਕਰਾਂ? ਮਹਾਰਾਜ ਨੇ ਕੋਈ ਮੁਰਦਾ ਨਹੀਂ ਸੀ ਕਮਾਉਣਾ, ਇਹ ਪੇਪਰ ਸੀ ਜਿਹਦੇ ਚ ਪੂਰੇ ਦੇ ਪੂਰੇ ਨੰਬਰ ਲੈ ਕੇ ਪੀਢੀ ਪਾਈ ਗੰਢ ਵਾਲਾ ਪਾਸ ਹੋ ਗਿਆ। ਮਹਾਰਾਜ ਕਹਿੰਦੇ ਚੱਲ ਚੱਲੀਏ ਪੁਰਖਾ ਉੱਥੇ ਜਿੱਥੋਂ ਆਏ ਆ।
महाराज वापस आ गए, सारे फिर इकट्ठिया कर लिया। सारी संगत हैरान है कि महाराज का हुण बिल्कुल ही फर्क पिया, महाराज बदले पै ने, पहला होर सी हुण होर ने। जो महाराज ने देखा सारिया वेले बिठा लिया। धन गुरु नानक देव महाराज जी कहते हैं भाई कल नूं इत्थे सारे जिन्नी भी संगत है जो नित आउंदी सी होर नाल लैके आयो जे। भाई लैणे नूं कहा पुरखा तो कल दे दीवान विच सोहणे साफ वस्त्र पहन के पहुंच जाना है, पता किसी नूं कुछ नहीं है। पर साध संगत अगला दिन होया, महाराज ने भरे दीवान दे विच भाई लैणे जी नूं आवाज़ मार के कहा पुरखा उठ। जदों भाई लैणा जी उठे तो गुरु नानक पीढ़ी पाई गंढ वाले ने अपना अंग बना लिया। महाराज कहते तू मेरा अंग बन गया, मेरा हिस्सा बन गया शरीर का। ये तो फिर महाराज ने नाम बदलता, लैणे तो अंगद बना दिता। ये पीढ़ी गंढ वाले है। महाराज कहते जिस सिंघासन से बैठे सी महाराज आप थले हो गए तो भाई लैणे उपर बिठा के कहते तू मेरा अंग है, अंगद बना दिता। उस सिंघासन से बिठा के गुरु नानक साहब ने मत्था टेक दिता। ये पीढ़ी गंढ वाले टिका सकते, असी थोड़ा ਆਪਾਂ ਨੂੰ ਤਾਂ ਗੁਰਮੁਖ ਆਪਾਂ 2 ਮਿੰਟ ਨਹੀਂ ਲਾਉਂਦੇ ਵੀ ਆਪਾਂ ਕਹਿੰਦੇ ਇੱਥੋਂ ਨਹੀਂ ਚਲੋ ਉੱਥੇ ਚੱਲ ਜਾਂਦੇ, ਉੱਥੇ ਨਹੀਂ ਤੇ ਉੱਥੇ ਚੱਲ ਜਾ। ਅਸੀਂ ਤਾਂ ਭੜਕਣਾ ਚ ਪਏ ਹੋਏ ਆ ਨਾ, ਕਦੀ ਮੌੜੀਆਂ ਬਣਾ ਲਓ, ਕਦੀ ਨਾਗ ਪਵਾ ਲਓ, ਕਦੀ ਕੁਝ। ਪੀढ़ी ਗੰਢ ਸਾਡੀ ਨਹੀਂ ਪਈ ਹੋਈ। ਵੈਸੇ ਮੈਨੂੰ ਖਿਮਾ ਜ਼ਰੂਰ ਕਰ ਦਿਓ, ਅਸੀਂ ਕਹਿੰਦੇ ਜ਼ਰੂਰ ਆ ਗੁਰੂ ਗ੍ਰੰਥ ਸਾਹਿਬ ਨੂੰ। ਤੁਸੀਂ ਪੁੱਛੋ ਕਿਸੇ ਨੂੰ, ਕਹਿੰਦੇ ਜੀ ਮਹਾਰਾਜ ਦੇ ਲੜ ਲੱਗੇ ਆ ਜੀ। ਹਰ ਬੰਦਾ ਕਹਿੰਦਾ ਮਹਾਰਾਜ ਦੇ ਲੜ ਲੱਗੇ ਆ ਜੀ। ਲੜ ਕੀ ਲੱਗੇ ਅਸੀਂ? ਗੁਰੂ ਗ੍ਰੰਥ ਸਾਹਿਬ ਕਿੱਥੇ ਕਹਿੰਦਾ ਕਿ ਉਸਾਂ ਦੀ ਬੇਅਦਬੀ ਕਰੋ? ਕਿਤੇ ਵਿਖਾਓ ਇੱਕ ਸ਼ਬਦ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਨਹੀਂ ਘਟਾਵਾਂ। ਫਿਰ ਲੜ ਕਿਹੜਾ ਸੀ? ਮੈਨੂੰ ਖਿਮਾ ਕਰ ਦਿਓ, ਜਦੋਂ ਸੱਚ ਹੁੰਦਾ ਉਹ ਥੋੜਾ ਜਿਹਾ ਹੁੰਦਾ ਕੌੜਾ, ਪਰ ਸੱਚ ਸਭਨਾ ਦਾ ਖਸਮ ਹੈ। ਮਾਰੇ ਕਹਿੰਦੇ ਦਾਰੂ ਦੀ ਤਰ੍ਹਾਂ ਕੰਮ ਕਰਦਾ ਜੇ ਦਵਾਈ ਟਿਕਾਣੇ ਬੈਠ ਜਾਏ ਤੇ। ਗੁਰੂ ਗ੍ਰੰਥ ਸਾਹਿਬ ਕਿੱਥੇ ਕਹਿੰਦਾ ਨਸ਼ੇ ਕਰਨ ਨੂੰ? ਅਸੀਂ ਕਹਿੰਦੇ ਲੜ ਪਕੜਿਆ ਗੁਰੂ ਗ੍ਰੰਥ ਸਾਹਿਬ ਦਾ ਜੀ। ਅਸੀਂ ਤਾਂ ਲੱਗੇ ਮਹਾਰਾਜ ਲੜ ਲੱਗੇ ਆ ਜੀ। ਕਿਹੜੇ ਲੜ ਲੱਗੇ ਆ ਭਈ? ਗੁਰੂ ਗ੍ਰੰਥ ਸਾਹਿਬ ਨਸ਼ੇ ਕਰਨ ਨੂੰ ਕਿੱਥੇ ਕਹਿੰਦਾ ਹੈ? ਪਰ ਅਸੀਂ ਹਟਦੇ ਕਿਤੇ। गुरु ग्रंथ साहब ठगियां चोरियां बेईमानियां चुगली निंदिया करन कित्थे गुरु ग्रंथ साहब च लिखिया है? सारा कुछ असीं करदे हां, लड़ असीं नहीं पकड़िया। ये सिर्फ कहण दीयां गल्लां ने भी असीं लड़े। गुरु ग्रंथ साहब दे लड़ लगे, लड़ लुड़ कोई नहीं लगे। खिमा कर दिओ, मैनूं कौड़े शब्द हो सकते हैं क्योंकि जिहड़ा वचन चल रहा मैं उहदे ते बोल रहा। महाराज कहते पीढ़ी गंढ वाले वो हुंदे है। हुण मैं जिक्र करांगा पीढ़ी गंढ वाले कौन हुंदे है। 18वीं सदी च अपनी निगाह लैके जाओ। मैं दसा पीढ़ी पाई गंढ की हुंदी है। सच 18वीं सदी विच तुसीं अपनी निगाह खड़ो, बाबा बंदा सिंह बहादुर दी शहादत हो जाती है। बाबा बंदा सिंह बहादुर की शहादत तो बाद एक दौर चलता शहीदियां का। उहदे च समा आउंदा मीर मन्नू का। भैणों चेता रखियो जे मैं हुण तुहाडी गल कर लगे हैं। पीढ़ी पाई गंढ की है? क्योंकि मैनूं खिमा जरूर कर दिओ जे वहमां भरम कर्म कांडां विच तुहाडे तो शुरुआत हुंदी है। खिमा मंग के तुहानूं कहांगा शुरुआत तुहाडे तो हुंदी है। तुसीं तुसीं ज़्यादा फोर्स करदे हो भी नहीं आपां नूं जाना ही पैना है, आपां चलीए, फलाने ने कहा ढिमकड़े ने कहा। बंदा बेचारा की करे, उन्होंने पता भी नहीं मन्नी तो फिर घर च कलेश पै कि जाना पैंदा, उहदी मजबूरी बन जाती है। मड़ियां मसान कबरां ते भी असीं लैके तुर पैंदे आ, पखंडियां दे मगर लैके तुर पैंदे आ। ये पीढ़ी पाई गंढ वालों का मैं तुहानूं इतिहास दस्सण लग्गा कि तुहाडा इतिहास तुहाडा दा मतलब साडा सारिਆਂ ਦਾ मैं भी विच हाँ। पर खास करके भैणों देखियो वो साडियां ही वडेरियां भैणां मातावां बीबियां ने, उन्हां दी एडी वड्डी गुरु नाल पीढ़ी गंढ है। दुनिया दे विच तुहानूं इहो जी मिसाल नहीं कदी मिल सकदी। मीर मन्नू दा समा है ते मीर मन्नू ने अपने समय के दरम्यान ये कह दिता भी सिख कोई छड्डना ही नहीं, सब खत्म कर देने हैं। उन्हें की कीता, कहंदा सिखां नूं जन्म देने वालियां भी खत्म कर देणियां ने। मैं सानूं सब नूं पता है। मीर मन्नू ने फिर साध संगत जी बीबियां नूं भी जेलों के विच रखिया। जिहड़े पाकिस्तान जाके चलो मैं नहीं गया, वो दसदे ने भी सारा कुछ उत्थे जेलां ने, जेलों के विच बंद किया होया है। बीबियां नूं जेलां च बंद ने, बच्चे छोटे छोटे उन्हां दे कोल ने, कोई 2 साल का, कोई 1 साल का है, हो सकता कोई 2-4 महीने का भी हो सकता है ना बच्चा। एडे एडे छोटे छोटे बच्चे भैनों, जो बाबा फरीद साहब कह रहे शब्द बड़ा निक्का जिहा लगदा पीढ़ी गंढ, पर जिन्हें इसकी व्याख्या की मैं उन्होंने जिक्र कर लगा। असीं ते केवल गल्लां करते हैं ना, व्याख्या करने वाले व्याख्या करके गए ने भी भाई जो बाबा फरीद साहब ने गल की वो आ पीढ़ी गंढ की बाबा फरीद साहब गल करते रहे, वो केड़ी है? मीर मन्नू ने बीबियां नूं जेल के अंदर बंद किया होया है। शाम का वक्त है तो की किया जाता, बच्चे दूर कर दिते जाते हैं। बच्चों नूं दूर करके बीबियां दे
शरीर के उत्ते छाती के उत्ते भारे भारे पत्थर रख दिते जाते हैं। पत्थर रखने का मतलब यह सी कि बच्चा नेड़े आके दुध ना पी सके अपनी माँ का, यह मतलब सी। सारी रात बच्चा जिहड़ा है वो माँ दे कोले माँ 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 कहंदा, बिलकदा बिलकदा बच्चा रात नूं ओहदी माँ दी अखां दे सामने मौत हो जाती है, ते फिर भी माँ दिन चढ़े कहती है धन गुरु गोबिंद सिंह महाराज तुहाडी किरपा दे नाल 4 पैर दी रैण सुखां नाल बतीत होई है। पीढ़ी पाई गंढ, आ सी पीढ़ी गंढ उन्हां दी जिहड़ी सारी रात दुखां च लंघी ते सवेरे उठ के कहा महाराज तेरे भाणे विच 4 पैर दी रैण सुखां नाल बतीत होई। हुण दिन चढ़दा है, दिन चढ़े की हुंदा है पत्थर चुके जांदे छातियां तों ते चक्कियां सामने रख दित्तियां जांदियां। चक्की का मतलब समझ के दाने पीण वाली उन्हां समयां दे विच गेड़ के जिहड़ा नाले दाने पाउणे चक्कियां चलाउंदी आपां जिक्र करदे हैं ना, सारे सुणदे हैं। चक्कियां चलाईयां जा रहीआं, दाने पी जा रहे, बच्चा नेड़े आउंदा मां दे जालम चुकदे आ ते पासे कर दिंदे आ। तुसीं देखो उस मां दा हिरदा, ਇਹ बड़ी सौखी गल है, मैं सुना रहा तुसीं सुन रहे हो, पर जिहड़ा उस सीन नूं सामने लिया के वेखो, अपने बच्चे सामने रख के वेखो भी छोटा जिहा बच्चा माँ के सामने माँ माँ करदा दुध मंगे ते माँ उस बच्चे नूं दुध ना दे सकदी होवे ते की कुछ वापरदा माँ दे उत्ते। गुरमुखो पीढ़ी गंढ कोई एवें निक्का जिहा शब्द नहीं है, ये बड़ी गहराई इहदे विच रखी बाबा फरीद साहब ने। दिन चढ़िया बच्चियां नूं पासे कर दिता गया मावां तो। हुण की होया, जालमां ने इन्ना अत्याचार शुरू कर दिता, कहण लगे बच्चों के टुकड़े करो, ये भी नहीं डोलदियां। ये पीढ़ी गंढ खुलदी क्यों नहीं इन्हां दी? जे जाना लड़ छुजना पीढ़ी पाई गंढ। बाबा फरीद साहब कहते जे मैनूं पता हुंदा टुट जाना है मैं घुट के गंढ देवां, और जिन्हां ने गंढ दित्ती दुनिया की कोई ताकत नहीं गंढ तोड़ सकी उन्हां दी। किन्ने किन्ने जुल्म होए, कोई तोड़ सकिया गुरु दा पल्ला उन्हां दा छड़ा सकी? कोई दुनिया की ताकत नहीं छड़ा सकी। इन्ना जुल्म बच्चों नूं मावां दे सामने लिया के, कोई 2 साल का, कोई 4 साल का, कोई 3 साल का है, माँ के सामने पुत है तो उत्थे लकड़ का कोई टोटा पिया है, उहदे उत्ते बच्चे नूं लटा दिता गया है। जलाद टोका मारदा तो उहदी धौण अलग कर दिंदा है, उहदी बांह अलग कर दिंदा है, उहदी लत्त वखरी कर दिंदा है, उहदे शरीर के किन्ने हिस्से बना के विच दी तार लंघा दिंदा है, वो हार बन जाता है। शरीर के टुकड़े करके विच दी तार लंघा दी, वो हार बन गया। ते जिहड़ी मां दा पुत सी उहदी अखां सामने टुकड़े करके उहदे गल विच पा दिता। कोई दुनिया की ताकत पीढ़ी गंढ तोड़ क्यों ना सकी भई? वो किन्नी क गंढ पक्की सी कीती होई उन्होंने कि बच्चे का हार गल विच पवा के ते फिर भी कहना रात नूं सोदर दा पाठ करके धन गुरु गोबिंद सिंह कलगियां वाले पातशाह तुहाडी किरपा नाल 4 पैर दा दिन सुखां नाल निकलिया। असीं तां सारा दिन गुरमुखो काम कार करते हैं, सारा दिन भजे फिरते, कमाई भी करते, 4 पैसे भी कमाने हैं, सारा कुछ करके सुख सहूलतां भी माणदे हैं, सारियां साडे कोल ने, पर फिर भी बाणी तो किन्ने दूर चले गए सी। किन्ना असीं किन्ने क असीं जिहड़े असीं पाठ करते, शामां नूं सोदर दा पाठ करते, सवेरे नितनेम करते, सौं लग्गिया सोला करते, किन्ना टाइम लगता किते। वो जिहड़े बच्चों के हार गलां च पवा रहीआं ने, वो तां बाणी पढ़ रहीआं, एडे दुख मुसीबत विच भी बाणी तो नहीं टुटियां, क्योंकि उन्होंने पता लग गया कि बाबा फरीद जो कह रहे हैं कि पीढ़ी पाई गंढ, उन्होंने व्याख्या की असल में ओहदी। मैं बेनती कर रहा कि इत्थे भी जलाद नहीं हटे, फिर वो जुल्म इस तो भी अगे वध गया। वो ये वध गया कि हुण की करते हैं, बच्चा चुकते हैं, हवा च उड़ाउंदे ने। बच्चा चुकना, उन्होंने हवा दे विच ऐ उपर दी सुੱਟਣਾ, जिन्ने चिर नूं बच्चा थल्ले आउंदा सी उन्ने चिर दे विच जिੱਥੋਂ दे सेध ले के थल्ले बरछा करदा सी, बच्चा बरछे दे विच परोया जांदा सी। ये कोई छोटी जी मैं फिल्म की स्टोरी नहीं सुना रहा भी शायद बाबा कोई नाटक सुनाउंदा पिया स्टेज के उत्ते। नाटक नहीं है, ये वो है जिन्हां दे बारे हुणे आपां कहना थोड़े समय बाद कि जिन्हां ਸਿੰਘਾਂ ਸਿੰਘਣੀਆਂ धर्म हेत शीश दिते, बंद बंद कटवाए खोपरियां लुहाइयां, चरखड़ियां ते चढ़े आरियां नाल चिराए गए, धर्म नहीं हारिया, सिੱਖੀ केसां सुआसां संग निभाई। वो पीढ़ी गंढ वालियां बारे असीं कहना, बोलो जी ध्यान धर के वाहिगुरू, उन्हां बारे कहना जिन्हां पीढ़ी गंढ पाई सी। बाबा फरीद साहब जो कह रहे हैं, मैं बेनती कर रहा गुरमुखो कि इतिहास भरिया पिया है। अब गुरु ग्रंथ साहब की बाणी चों भी शब्द लैणे आ, नाल इतिहास भी, दोवें गल्लां बराबर लैके चलांगे। पीढ़ी गंढ पै गई गुरमुखो भगत कबीर साहब जी की। मैं जिक्र किया भी वो कैसी गंढ सी, बच्चों के टुकड़े करवा के तां भी नहीं डोलदियां, बच्चों के हार गलां च पवा के तां भी पल्ला नहीं छड्डिया जा रहा। वो पीढ़ी गंढ इन्नी पक्की सी, दुनिया की कोई ताकत ना तोड़ सकी।
भगत कबीर साहब जी कहते पीढ़ी गंढ पता की हुंदी जे? ਉਹ ਹੁੰਦੀ ਹੈ ਕਿ ਜੇ ਆਰਾ ਚੱਲ ਜਾਏ ਨਾ ਸਿਰ ਦੇ ਉੱਤੇ ਤੇ ਦੋ ਫਾੜ ਹੋ ਜਾਈਏ, ਦੋ ਫਾੜ ਹੋਣਾ ਪ੍ਰਮਾਣ ਹੈ, ਪਰ ਇੱਕ ਵਾਰ ਪੀढ़ी ਗੰਢ ਪੈ ਜਾਏ ਤੇ ਉਹ ਨਹੀਂ ਜੇ ਕਦੀ ਟੁੱਟਦੀ ਹੁੰਦੀ। ਇਹ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ। ਕਰਵੱਤ ਭਲਾ, ਕਰਵੱਤ ਕਹਿੰਦੇ ਆਰੇ ਨੂੰ, ਕਰਵਟ ਕਹਿੰਦੇ ਨੇ ਪਾਸਾ ਮੋੜਨਾ। ਇਹ ਪੀढ़ी ਗੰਢ ਵਾਲੇ ਨੇ। ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੂ, ਪੀढ़ी ਪਾਈ ਗੰਢ। ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਭਰੇ ਤੋਂ ਪ੍ਰੀਤ ਨਾ ਤੋਰੂ, ਹਮ ਤੁਮ बीच ਭਇਓ ਨਹੀਂ ਕੋਈ। ਹੁਣ ਰੱਬ ਜੀ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਦੂਜਾ ਤੇ ਹੈ ਹੀ ਨਹੀਂ। ਹਮ ਤੁਮ बीच ਭਇਓ ਨਹੀਂ ਕੋਈ, ਤੁਮੇ ਸੁਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਣੋ ਰੇ ਲੋਈ। ਇਹ ਜਗਤ ਦੇ ਲੋਕੋ ਮੇਰੀ ਗੱਲ ਸੁਣ ਲਓ ਸਾਰੇ ਜਾਣੇ, ਤੁਸੀਂ ਜਗਤ ਦੇ ਸਾਰੇ ਲੋਕ ਇੱਕ ਬੰਨੇ ਹੋ ਜਾਓ, ਮੇਰੀ ਗੰਢ ਨਹੀਂ ਤੁਸੀਂ ਤੋੜ ਸਕਦੇ। ਭਗਤ ਕਬੀਰ ਸਾਹਿਬ ਕਹਿ ਰਹੇ ਨੇ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਜਗਤ ਦੇ ਲੋਕੋ ਤੋੜ ਨਹੀਂ ਸਕਦੇ ਤੁਸੀਂ ਪੀढ़ी ਗੰਢ ਨੂੰ। ਇੱਕ ਉਹਨਾਂ ਦਾ ਸ਼ਲੋਕ ਚੇਤੇ ਆ ਗਿਆ, ਉਹਦੇ 'ਚ ਵੀ ਬੜੀ ਸੋਹਣੀ ਵਿਆਖਿਆ ਹੈ। ਕਹਿੰਦੇ ਦੁਨੀਆ ਮੈਨੂੰ ਕਹਿੰਦੀ ਹੈ, ਲੋਕ ਮੈਨੂੰ ਕਹਿੰਦੇ ਹੈ ਕਿ ਕਬੀਰ ਤੂੰ ਕੀ ਲੈਣਾ, ਛੱਡ ਪਰਾਂ ਪੱਲਾ। ਇਹ ਜਿਹੜਾ ਪੱਲਾ ਤੂੰ ਫੜੀ ਫਿਰਦਾ ਰੱਬ ਦਾ, ਛੱਡ ਦੇ। ਉਹ ਤੁਹਾਨੂੰ ਅਗਿਆਨੀਆਂ ਨੂੰ ਸਮਝ ਨਹੀਂ ਲੱਗਦੀ, ਜਿਹਦਾ ਪੱਲਾ ਮੈਂ ਫਕੜਿਆ ਜਿੰਦ ਵੀ ਉਹਦੀ ਹੈ, ਸਵਾਸ ਵੀ ਉਹਦੇ ਹੈ, ਇਹ ਸਰੀਰ ਹੀ ਸਾਡਾ ਉਹਦਾ ਹੈ, ਤੇ ਮੈਂ ਛੱਡਾਂ ਕਿਵੇਂ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਕਬੀਰ ਸਾਹਿਬ ਦੇ ਸ਼ਲੋਕ ਨੇ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਵਰਜੈ ਲੋਗ ਅਜਾਨ। ਬੇਸਮਝ ਬੰਦੇ ਕਹਿੰਦੇ ਛੱਡੋ ਪਰਾਂ ਪਈ। ਪ੍ਰੀਤ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਵਰਜੈ ਲੋਗ ਅਜਾਨ। ਤਾਂ ਸੋ ਟੂਟੀ ਕਿਉਂ ਬਣੇ, ਬਈ ਉਹਦੇ ਨਾਲੋਂ ਮੈਂ ਕਿਵੇਂ ਆਪਣਾ ਲੜ ਤੋੜ ਲਵਾਂ, ਕਿਵੇਂ ਛਿੱਜ ਜਾਵਾਂ, ਕਿਵੇਂ ਪੱਲਾ ਛੱਡ ਦਿਆਂ ਉਹਦਾ। ਜਾ ਕੇ ਜੀ ਪ੍ਰਾਣ, ਜੀ ਦੀ ਜਿੰਦ ਤੇ ਆਪ ਪ੍ਰਾਣ ਵਾਹਿਗੁਰੂ ਨੇ ਸਵਾਸ ਦਿੱਤੇ ਐ, ਉਹਨੇ ਮੈਨੂੰ ਇੰਨਾ ਕੁਝ ਦਿੱਤਾ, ਮੈਂ ਗੰਢ ਕਿਵੇਂ ਤੋੜ ਦਿਆਂ। ਇੱਕ ਸ਼ਬਦ ਹੋਰ, ਇਹ ਅਸੀਂ ਆਨੰਦ ਕਾਲ ਦੇ ਟਾਈਮ ਤੇ ਪੜ੍ਹਦੇ ਹਾਂ ਤੇ ਭੈਣੋ ਸਭ ਨੂੰ ਯਾਦ ਹੋ ਜਾਣਾ ਹੈ। ਆਪਾਂ ਸਾਰੇ ਗ੍ਰਸਤੀ ਬੈਠੇ ਹਾਂ ਬਹੁਤ ਗਿਣਤੀ ਵਿੱਚ। ਚਲੋ ਇੱਕ ਸ਼ਬਦ ਪੜ੍ਹਦੇ ਅਸੀਂ ਉਦੋਂ ਪੜ੍ਹਦੇ ਹਾਂ ਜਦੋਂ ਪੱਲਾ ਫੜਾਇਆ ਜਾਂਦਾ ਹੈ ਲੜਕੀ ਦਾ, ਲੜਕੇ ਦਾ ਪੱਲਾ ਲੜਕੀ ਨੂੰ। ਮੈਂ ਇਹਦੇ ਉੱਤੇ ਬੋਲ ਰਿਹਾ ਪੀढ़ी ਪਾਈ ਗੰਢ ਕੀ ਹੈ। ਉਹਦੇ ਚ ਮਹਾਰਾਜ ਕਹਿੰਦੇ ਨੇ ਕਿ ਪੀढ़ी ਗੰਢ ਦੀਆਂ ਦੋ ਨਿਸ਼ਾਨੀਆਂ ਨੇ। ਉਹ ਸ਼ਬਦ ਵਿੱਚ ਕਿਹਾ ਹੈ ਪੀढ़ी ਗੰਢ ਦੀਆਂ ਦੋ ਨਿਸ਼ਾਨੀਆਂ ਨੇ। ਕਿਹੜੀਆਂ? ਮਹਾਰਾਜ ਕਹਿੰਦੇ ਇੱਕ ਨਿਸ਼ਾਨੀ ਤੇ ਇਹ ਹੈ ਵੀ ਉਹ ਖੁਸ਼ਾਮਦੀ ਨਹੀਂ ਹੋਏਗਾ। ਦੂਸਰੀ ਪੀढ़ी ਗੰਢ ਦੀ ਨਿਸ਼ਾਨੀ ਹੈ ਵੀ ਉਹ ਨਿੰਦਕ ਨਹੀਂ ਹੋਏਗਾ। ਉਹ ਸ਼ਬਦ ਦੀ ਜੋ ਉਹਦੇ ਵਿੱਚ ਜੋ ਵਿਆਖਿਆ ਹੈ, ਮਹਾਰਾਜ ਕਹਿੰਦੇ ਪਹਿਲੀ ਗੱਲ ਤੇ ਖੁਸ਼ਾਮਦੀ, ਕਿਉਂਕਿ ਖੁਸ਼ਾਮਦੀ ਬੰਦਾ ਹੀ ਨਿੰਦਕ ਹੋਏਗਾ ਤੇ ਨਿੰਦਕ ਹੀ ਖੁਸ਼ਾਮਦੀ ਹੋਏਗਾ। ਕਿਉਂ? ਕਿਉਂਕਿ ਮੌਕਾ ਵੇਖੇਗਾ। ਜੇ ਮੌਕਾ ਮਿਲ ਗਿਆ ਉਹਨੂੰ ਵੀ ਫਾਇਦਾ ਹੈ, ਉੱਥੇ ਖੁਸ਼ਾਮਦ ਕਰ ਦੇਗਾ। ਜਦੋਂ ਮੌਕਾ ਨਿਕਲ ਜਾਂਦਾ ਫਿਰ ਨਿੰਦਕ ਬਣ ਜਾਏਗਾ। ਮਹਾਰਾਜ ਕਹਿੰਦੇ ਪੀढ़ी ਗੰਢ ਜੇ ਪਾਉਣੀ ਹੈ ਤੇ ਦੋ ਚੀਜ਼ਾਂ ਜ਼ਿੰਦਗੀ ਚ ਕੱਢਣੀਆਂ ਪੈਣਗੀਆਂ, ਉਸਤਤ ਨਿੰਦਾ। ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ, ਇਹਨੂੰ ਮੈਂ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ। ਹੱਬ ਕਿੰਜ ਤਿਆਗੀ ਹੱਬੇ ਸਾਕ, ਉੱਥੇ ਹੈ ਅਰਥ ਭਾਵੇਂ ਉਹਦੇ ਸਾਬੀ ਹੀ ਨੇ, ਪਰ ਉਹ ਲਿਖਣ ਚ ਮਹਾਰਾਜ ਹਾ ਤੇ ਭੱਬਾ ਸ਼ਬਦ ਉੱਥੇ ਵਰਦੇ। ਹੱਬੇ ਸਾਕ ਕੁੜਾਵੇ ਡਿੱਠੇ ਤਉ ਪੱਲੇ ਤੈਂਡੇ ਲਾਗੀ, ਪੀढ़ी ਪਾਈ ਗੰਢ। ਪੱਲੇ ਤੈਂਡੇ ਲਾਗੀ, ਪੱਲੇ ਨਾਲ ਲੱਗ ਗਈ। ਕੁੱਟ ਕੇ ਪੱਲਾ ਪਕੜ ਲਿਆ ਤੇ ਬਾਣੀ ਦਾ ਬਚਨਾ, ਜਿਨ੍ਹਾਂ ਨੇ ਪੱਲਾ ਇੱਕ ਵਾਰ ਪਕੜ ਲਿਆ ਨਾ ਉਹ ਸੁਹਾਗਣਾ ਵਿੱਚ ਆ ਜਾਂਦੀਆਂ ਜੇ। ਤੇ ਜਿਹੜੀ ਸੁਹਾਗਣ ਬਣ ਜਾਂਦੀ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਹਿ ਰਿਹਾ, ਮੈਂ ਕਈ ਵਾਰ ਹੁੰਦਾ ਗੱਲ ਮੈਂ ਕਹਿਣਾ ਚਾਹੁੰਦਾ ਨਾ, ਜੇ ਪੂਰੀ ਪਕੜ ਚ ਨਾ ਆਵੇ ਤਾਂ ਕਈ ਵਾਰ ਉਹ ਉਲਟ ਚਲੇ ਜਾਂਦੀ ਹੈ। ਜਿਹੜੀਆਂ ਸੁਹਾਗਣਾ ਆਪਣੇ ਪਤੀ ਦਾ ਪੱਲਾ ਪਕੜ ਲੈਂਦੀਆਂ ਨੇ, ਉਹ ਜ਼ਿੰਦਗੀ ਦੇ ਵਿੱਚ ਦੂਸਰੇ ਵੱਲੇ ਕਿਤੇ ਮੰਦੀ ਨਿਗਾਹ ਨਾਲ ਝਾਕਦੀਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਹਿਣ ਲੱਗਿਆ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਦੋਨਾਂ ਤੇ ਗੱਲ ਬਰਾਬਰ ਟੁਕਦੀ ਹੈ, ਮਰਦ ਉੱਤੇ ਤੇ ਇਸਤਰੀ ਉੱਤੇ ਵੀ। ਬਾਬਾ ਫਰੀਦ ਸਾਹਿਬ ਜੋ ਕਹਿ ਰਹੇ ਨੇ, ਕਹਿੰਦੇ ਪੀढ़ी ਗੰਢ ਅਸਲ ਵਿੱਚ ਜਿਹੜੀ ਹੈ ਨਾ, ਜੇ ਗੁਰੂ ਨਾਲ ਪੈ ਜਾਏ, ਕਿਉਂਕਿ ਅਸੀਂ ਬਾਹਰੀ ਤੌਰ ਤੇ ਵੀ ਤਾਂ ਅਰਥ ਲੈਣੇ ਆ ਨਾ। ਜਦੋਂ ਆਨੰਦ ਕਾਰਜ ਹੁੰਦੇ ਉਦੋਂ ਬਾਹਰੀ ਤੌਰ ਤੇ ਸ਼ਬਦ ਪੜਿਆ ਜਾਂਦਾ ਨਾ, ਉਹਦੇ ਅੰਤਰੀਵੀ ਅਰਥ ਇਹੀ ਨੇ ਕਿ ਪ੍ਰਮਾਤਮਾ ਵਾਹਿਗੁਰੂ ਦਾ ਪੱਲਾ ਪਕੜਿਆ ਸੀ, ਘੁੱਟ ਕੇ ਛੱਡਣਾ ਨਹੀਂ ਕਦੀ ਵਾਸਤੇ। ਬਾਹਰੀ ਅਰਥ ਵੀ ਬਣ ਗਿਆ ਕਿ ਜਿਹੜੇ ਪਤੀ ਦਾ ਪੱਲਾ ਪਕੜਿਆ ਹੋਇਆ, ਸਾਰੀ ਜ਼ਿੰਦਗੀ ਉਸ ਪੱਲੇ ਨੂੰ ਪਕੜ ਕੇ ਰੱਖਣਾ। ਪੱਲੇ ਦਾ ਮਤਲਬ ਇਹ ਨਹੀਂ ਵੀ ਹਰ ਵੇਲੇ ਦੀ ਕਮੀਜ਼ ਹੀ ਫੜੀ ਰੱਖਣੀ ਹੈ। ਭਾਵ ਹੈ ਕਿ ਉਹਨੇ ਆਪਸ ਵਿੱਚ ਤੁਹਾਡਾ ਦੋਵਾਂ ਜੀਆਂ ਦਾ ਮੇਲ ਮਿਲਾਪ, ਪਿਆਰ, ਮੁਹੱਬਤ, ਵਿਚਾਰਧਾਰਾ ਇੱਕ ਬਰਾਬਰ ਚੱਲਦੀ ਰਹੇ। ਇਹ ਪੀढ़ी ਗੰਢ ਹੈ ਬਾਹਰੀ ਤੌਰ ਤੇ ਵੀ ਜੇ ਕਹਿ ਲਈਏ।
ਕਿਉਂ ਟੁੱਟਦੇ ਨੇ ਰਿਸ਼ਤੇ? ਟੁੱਟ ਇਸ ਕਰਕੇ ਜਾਂਦੇ ਆ, ਮੈਨੂੰ ਖਿਮਾ ਕਰ ਦਿਓ ਜੇ, ਕਿਉਂਕਿ ਸਾਡਾ ਤੇ ਰੋਜ਼ ਦਾ ਹੀ ਕੰਮ ਨਾ, ਅਸੀਂ ਆਨੰਦ ਕਾਰਜ ਕਰਾਉਂਦੇ ਆ ਤਕਰੀਬਨ ਰੋਜ਼ ਦਾ। ਬਤਾ ਕਹਿੰਦਾ ਵੀ ਹਰ ਹਫ਼ਤੇ 'ਚ 2 ਤਾਂ ਹੁੰਦੇ ਹੀ ਹੁੰਦੇ ਆ ਨਾ ਵੀਕ 'ਚ। ਕੁਝ ਗੱਲਾਂ ਮੈਂ ਚਲੋ ਅੱਜ ਕੁਦਰਤੀ ਗੱਲ ਚੱਲ ਪਈ ਕਰਕੇ ਉਹ ਪੱਲੇ ਵਾਲੀ। ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਓ ਜ਼ਰੂਰ ਕਿ ਪੱਲਾ ਜਿਹੜਾ ਹੁੰਦਾ ਨਾ, ਜਦੋਂ ਉਸ ਲੜਕੇ ਦੇ ਹੱਥ ਵਿੱਚ ਹੁੰਦਾ ਹੈ, ਜਿਹੜਾ ਅਸੀਂ ਗੱਲ 'ਚ, ਹੁਣ ਤਾਂ ਬੜਾ ਕੁਝ ਬਣ ਗਿਆ, ਰਿਵਾਜ ਹੀ ਸਾਰੀਆਂ ਹਰ ਚੀਜ਼ਾਂ ਦੇ ਬਣ ਗਏ, ਰਸਮਾਂ ਹੀ ਬਣ ਕੇ ਰਹਿ ਗਈਆਂ। ਉਹ ਪੱਲਾ ਜਿਹੜਾ ਹੁੰਦਾ ਹੈ, ਪੁਰਾਣੇ ਬਜ਼ੁਰਗਾਂ ਨੂੰ ਸਭ ਨੂੰ ਪਤਾ, ਭੈਣਾਂ ਨੂੰ ਪਤਾ, ਆਪਾਂ ਨੂੰ ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਲੜਕਾ ਉਹਦੇ ਵੀ ਐ ਕਰਕੇ ਹੱਥ ਨੂੰ ਇਸ ਤਰ੍ਹਾਂ ਨਾਗ ਵੱਲ ਇਸ ਤਰ੍ਹਾਂ ਵਲ ਮਾਰ ਦਿੰਦੇ ਸੀ, ਤੇ ਜਦੋਂ ਪੱਲਾ ਬਾਪ ਲੜਕੀ ਦਾ ਆਪਣੀ ਧੀ ਨੂੰ ਫੜਾਉਂਦਾ ਸੀ ਤੇ ਉਦੋਂ ਹੱਥ ਨੂੰ ਐ ਕਰਕੇ ਵਲ ਮਾਰ ਦਿੰਦਾ ਸੀ। ਉਹਦਾ ਮਤਲਬ ਸੀ ਵੀ ਘੁੱਟ ਕੇ ਫੜੀ ਪੁੱਤ, ਪੱਲਾ ਛੁੱਟ ਨਾ ਜਾਏ। ਹੁਣ ਜਿਹੜਾ ਤਰਕਵਾਦੀ ਬੰਦਾ ਹੈ ਉਹ ਕਹੇਗਾ ਛੁੱਟ ਜੂ, ਤੇ ਉੱਥੇ ਕੀ ਹੋ ਚੱਲਿਆ ਵੀ ਜਿਹੜੇ ਤਰੱਕੀ ਕਰਨਾ ਕਿਸੇ ਨੇ ਕੀ ਹੋ ਜੂ ਉਹਦੇ 'ਚ ਛੁੱਟ ਜੂਗਾ, ਕੀ ਹੋ ਜੂ? ਨਹੀਂ, ਇਹ ਰਸਮਾਂ ਜਿਹੜੀਆਂ ਐਵੇਂ ਨਹੀਂ ਬਣਾਈਆਂ, ਇਹਨਾਂ ਦੇ ਪਿੱਛੇ ਵੀ ਬੜੀਆਂ ਗੁਰਮੁਖੋਂ ਰਮਜ਼ਾਂ ਹੁੰਦੀਆਂ ਨੇ। ਇਹਦੇ ਪਿੱਛੇ ਬੜੇ, ਹੁਣ ਉਸ ਤਰ੍ਹਾਂ ਵੀ ਕਹਿ ਸਕਦਾ ਕੋਈ ਵੀ ਮਗਰ ਤੁਰਨਾ ਕਿਤੇ ਜ਼ਰੂਰੀ ਹੈ, ਜੇ ਬਰਾਬਰ ਤੁਰ ਲੂ ਤੇ ਫਿਰ ਕੀ ਹੋ ਜੂ? ਹਰ ਚੀਜ਼ ਵੇਖੋ, ਜਿਹੜੀ ਪਰਮਾਤਮਾ ਨੇ ਬਰਾਬਰਤਾ ਨਹੀਂ ਬਣਾਈ, ਅਸੀਂ ਕੌਣ ਨਾ ਬਣਾ ਸਕਦੇ ਬਈ? ਰੱਬ ਪਰਮਾਤਮਾ ਦਾ ਜੋ ਬਣਿਆ ਸੰਸਾਰ ਤੇ ਨਿਯਮ ਕਾਨੂੰਨ ਸਾਰਾ ਹੈ, ਉਹਦੇ ਵਿੱਚ ਵੀ ਬਹੁਤ ਕੁਝ ਮਿਲ ਜਾਂਦਾ ਹੈ। ਤੇ ਅਸੀਂ ਕੌਣ ਹੁੰਦੇ ਆ? ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਔਰਤ ਨੂੰ ਕਹਿ ਰਿਹਾ ਕਿ ਤੁਹਾਨੂੰ ਬਰਾਬਰ ਦਾ ਹੱਕ ਨਹੀਂ, ਉਹਦੇ ਤੇ ਨਹੀਂ ਮੈਂ ਬੋਲ ਰਿਹਾ। ਮੈਂ ਕੁਝ ਗੱਲਾਂ ਉਹ ਕਰ ਰਿਹਾ ਕਿ ਇਹਨਾਂ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਰਸਮਾਂ ਬਣਾਈਆਂ ਨੇ, ਇਹਦੇ ਪਿੱਛੇ ਵੀ ਡੂੰਘੇ ਕਾਰਨ ਸਨ। ਹੁਣ ਕੀ ਹੋ ਰਿਹਾ? ਹੁਣ ਇਹ ਹੋ ਰਿਹਾ ਵੀ ਇੱਕ ਨਵੀਂ ਚੀਜ਼ ਚੱਲਣ ਲੱਗੀ ਹੈ, ਚੱਲਦੀ ਪਈ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਰੋਕ ਦਿੱਤੀ ਜਾਏ, ਜਿੱਥੇ ਸਾਡਾ ਵਸ ਹੁੰਦਾ ਰੋਕਦੇ ਵੀ ਹੈ ਔਰ ਚੱਲਣ ਨਹੀਂ ਦਿੰਦੇ। ਪਰ ਉਹਦੇ ਵਾਸਤੇ ਮੇਰੇ ਮਨ 'ਚ ਆਇਆ ਵੀ ਮੈਂ ਥੋੜਾ ਸੁਚੇਤ ਕਰਦਾ ਰਿਹਾ ਕਰਾਂ, ਜਦੋਂ ਚੀਜ਼ ਵੇਖ ਲੈਂਦੇ ਹਾਂ ਫਿਰ ਬੋਲਿਆ ਕਰੀਏ ਵੀ ਉਹਦੇ ਬਾਰੇ ਸੁਚੇਤ ਕਰਦੇ ਰਿਹਾ ਕਰੀਏ, ਤਾਂ ਕਿ ਅਗਲਾ ਕਹੇ ਬਾਬਾ ਜੀ ਪਹਿਲਾਂ ਦੱਸ ਦਿਆ ਕਰੋ। ਇੱਕ ਨਵਾਂ ਕੰਮ ਸ਼ੁਰੂ ਹੁੰਦਾ ਹੈ ਕਿ ਇੱਕ ਹਾਰ ਬਣਨ ਲੱਗ ਪਏ ਨੇ, ਹਾਰ ਜਿਹੜੇ ਬਣਾ ਕੇ ਨਾ ਫੁੱਲਾਂ ਦੇ, ਨਕਲੀ ਫੁੱਲਾਂ ਦੇ, ਉਹਦੇ ਦੋਹੀਂ ਬੰਨੀ ਇੱਕ ਮਾਲਾ ਜੀ ਬਣਾ ਕੇ ਕੜਾ ਜਿਹਾ ਬਣਾ ਦਿੱਤਾ ਜਾਂਦਾ। ਉਹ ਕੜਾ ਮੁੰਡੇ ਦੇ ਵੀ ਪਾ ਦਿੱਤਾ ਜਾਂਦਾ, ਕੁੜੀ ਦੇ ਪਾ ਦਿੱਤਾ। ਵੀ ਜਦੋਂ ਭਾਈ ਸਾਹਿਬ ਤੇ ਕਹਿਣਗੇ ਪੱਲੇ ਤੇ ਅੰਡੇ ਲੱਗੀ, ਉਹਨੇ ਜਦੋਂ ਹਾਰ ਫੜੀ ਫਿਰਦੇ, ਹਾਰ ਤੇ ਅੰਡੇ ਲੱਗੀ ਥੋੜਾ ਉੱਥੇ ਹੈਗਾ, ਪੱਲਾ ਗਿਆ ਉੱਥੇ, ਹਾਰ ਨਹੀਂ ਗਿਆ ਉੱਥੇ। ਇਹ ਅਸੀਂ ਕਹਿੰਦੇ ਆ ਵੀ ਅਸੀਂ ਅਗਾਂਹ ਵਧੂ ਬੜੇ ਬਣ ਗਏ ਆ। ਅਗਾਂਹ ਵਧੂ ਇਹਨਾਂ ਚੀਜ਼ਾਂ 'ਚ ਨਹੀਂ ਬਣਿਆ ਜਾਂਦਾ ਹੁੰਦਾ। ਅਗਾਂਹ ਵਧੂ ਹੁੰਦਾ ਜੇ ਚੰਦ ਤੇ ਆਪਾਂ ਪਹੁੰਚ ਗਏ ਤੇ ਚੰਗਾ ਹੋਇਆ ਨਾ ਕੰਮ। ਹੁਣ ਕਿਤੇ ਸੂਰਜ ਦੀ ਵੀ ਖੋਜ ਕਰ ਲੈਣੀ, ਇਹਨੂੰ ਅਗਾਂਹ ਵਧੂ ਕਹਿੰਦੇ ਆ। ਵੀ ਖੋਜਾਂ ਕਰੋ ਜੋ ਕੁਦਰਤ ਦੇ ਵਿੱਚ ਵਰਤ ਰਿਹਾ ਹੈ, ਉਧਰ ਅਗਾਂਹ ਵਧੂ। ਅਸੀਂ ਇਹਨਾਂ ਤੇ ਹੋਏ ਨਹੀਂ, ਹਰੀ ਚਾਦਰ ਪਈ ਹੋਵੇ ਤੇ ਉੱਥੇ ਡਿੱਗ ਪੈਨੇ ਆ, ਉਹ ਤੇ ਅਗਾਂਹ ਵਧੂ ਅਸੀਂ ਬਣੇ ਨਹੀਂ। ਜੋਤਸ਼ੀਆਂ ਕੋਲੋਂ ਪੁੱਛਣਾ ਪਾਉਣਾ ਤੇ ਉਹੀ 1000 ਸਾਲਾਂ ਵਾਲਾ ਕੰਮ ਚੱਲੀ ਜਾਂਦਾ। ਨਗ ਪਾਉਂਦੇ ਫਿਰਦੇ ਆ ਮੁੰਦਰੀਆਂ 'ਚ ਪਾ ਕੇ, ਉਹ ਉਹੀ ਕੰਮ ਚੱਲ, ਉਧਰੋਂ ਤੇ ਅਗਾਂਹ ਵਧੂ ਅਸੀਂ ਬਣੇ ਨਹੀਂ। ਤੇ ਇਧਰਲੇ ਕੰਮਾਂ ਨੂੰ ਕਹਿੰਦੇ ਅਗਾਂਹ ਵਧੂ ਬੜੀ ਸੋਚ ਹੋ ਗਈ ਹੈ ਸਾਡੀ। ਮੈਂ ਤਾਂ ਕਹਿ ਰਿਹਾ, ਚਲੋ ਮੈਂ ਆਪਣੇ ਪ੍ਰਕਰਮ ਤੇ ਰਵਾਂ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ ਹੱਬ ਕਿਜ ਤਿਆਗੀ, ਹੱਬੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਟਾਂਡੇ ਲਾਗੀ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਫਰੀਦਾ ਕਿ ਜੇ ਜਾਣਾ ਲੜ ਛਿਜਣਾ ਪੀਟੀ ਪਾਈ ਗੰਢ। ਇਹ ਪੀਟੀ ਗੰਢ ਕੀ ਹੁੰਦੀ ਹੈ? ਮੈਂ ਥੋੜਾ ਜਿਹਾ 10 ਮਿੰਟ ਤੁਹਾਡੇ ਹੋਰ ਲੈ ਕੇ ਪਤੇ ਬੁਲਾਵਾਂਗਾ, ਕਿਉਂਕਿ ਮੇਰੇ ਸਾਹਮਣੇ ਜਦੋਂ ਮੈਂ ਇੱਕ ਤੋਕ ਉੱਤੇ ਹੀ ਬਾਰ-ਬਾਰ ਮੇਰੇ ਦਿਮਾਗ 'ਚ ਪੀਟੀ ਗੰਢ ਦਿਮਾਗ 'ਚ ਆ ਜਾਂਦਾ ਨਾ, ਫਿਰ ਆ ਜਾਂਦਾ ਵੀ ਪੀਟੀ ਗੰਢ ਜਿਹੜੀ ਹੈ ਜਿਨ੍ਹਾਂ ਨੇ ਪਾਈ ਹੈ ਉਹਨਾਂ ਦੀ ਗੱਲ ਹੀ ਕਰ ਲਈਏ। ਘੱਟੋ ਘੱਟ ਸਾਡਾ ਵੀ ਕੋਸ਼ਿਸ਼ ਹੋਵੇ ਵੀ ਅਸੀਂ ਉੱਦਾਂ ਦੀ ਗੰਢ ਬਣਾ ਸਕੀਏ, ਗੁਰੂ ਦੇ ਨਾਲ ਸਾਡੀ ਬਣ ਜਾਏ। ਇਤਿਹਾਸ ਦਾ ਮਤਲਬ ਇਹ ਹੁੰਦਾ ਹੈ, ਆਪਾਂ ਜਿੰਨੀ ਕਥਾ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਮਤਲਬ ਤਾਂ ਸਿਰਫ ਇੰਨਾ ਹੀ ਹੈ ਨਾ ਸਾਡਾ ਸਾਰਿਆਂ ਦਾ, ਵੀ ਗੁਰੂ ਨਾਲ ਸਾਡੀ ਪੀਟੀ ਗੰਢ ਪੈ ਜਾਏ, ਜਿਹਦੇ ਅੱਗੇ ਰੋੜ ਝੁਕਦੇ ਆ, ਮੱਥਾ ਟੇਕਦੇ ਆ, ਨਮਸਕਾਰਾਂ ਕਰਦੇ ਆ, ਕਹਿੰਦੇ ਆ ਸਾਡਾ ਹੈ, ਸਾਡਾ ਹੈ, ਆਪਣਾ ਹੈ। ਉਹ ਆਪਣੇ ਨੂੰ ਕਦੀ ਆਪਣਾ ਬਣਾਈਏ ਵੀ ਤਾਂ ਸਹੀ ਨਾ, ਬਣਾਉਂਦੇ ਅਸੀਂ ਨਹੀਂ ਉਹਨੂੰ। ਮੈਂ ਬੇਨਤੀ ਕਰ ਰਿਹਾ, ਜਿਨ੍ਹਾਂ ਬਣਾਇਆ ਇਤਿਹਾਸ, ਉਹਨਾਂ ਦਾ ਇਤਿਹਾਸ ਮਾਣ ਵੀ ਕਰਦਾ ਹੈ ਤੇ ਜ਼ਿਕਰ ਵੀ ਉਹਨਾਂ ਦਾ ਆਉਂਦਾ ਹੈ। ਦੋ ਪਿਓ ਪੁੱਤ ਨੇ, ਮੈਂ ਜਿਹਦਾ ਜ਼ਿਕਰ ਕਰਨ ਲੱਗਾ ਗੁਰਮੁਖੋ, ਮੈਂ ਤਾਂ ਅੱਜ ਉਹ ਇਤਿਹਾਸ ਦੇ ਉਹ ਪੱਖ ਜ਼ਿਆਦਾ ਲੈ ਰਿਹਾ ਸ਼ਹਾਦਤਾਂ ਵਾਲੇ, ਕਿਉਂਕਿ ਪੀੜੀ ਗੰਢ ਵਿੱਚ ਤੁਸੀਂ ਪਿਆਰ ਦੇ ਸ਼ਬਦ ਵੀ ਬੜੇ ਲੈ ਸਕਦੇ ਹੋ, ਪਰ ਮੈਂ ਉਹ ਲੈ ਰਿਹਾ ਘੱਟੋ ਘੱਟ ਸਾਡੇ ਮਨ ਨੂੰ ਕਿਤੇ ਤਾਂ ਕੋਈ ਠੋਕਰ ਵੱਜੇ, ਜਿਹੜੀ ਅਸੀਂ ਜਾ ਕੇ ਰੋਮਾਂ ਦੀ ਬੇਅਦਬੀ ਕਰਾ ਰਹੇ ਹਾਂ ਜਾਂ ਅਸੀਂ ਨਸ਼ੇ ਕਰਦੇ ਪਏ ਹਾਂ। ਤੇ ਪੀੜੀ ਗੰਢ ਪਾ ਕੇ ਵੇਖੀਏ, ਜਿਹੜੇ ਅਸੀਂ ਕਹਿੰਦੇ ਰੋਜ਼ ਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਮਹਾਰਾਜ ਤੁਹਾਨੂੰ ਮੰਨਦੇ ਆ, ਤੁਹਾਡਾ ਲੜ ਪਕੜਿਆ, ਪੱਲਾ ਤੁਹਾਡਾ ਪਕੜਿਆ ਹੈ। ਮੈਂ ਤਾਂ ਕਹਿ ਰਿਹਾ, ਪੱਲਾ ਪਕੜਨ ਵਾਲਿਆਂ ਦੀਆਂ ਨਿਸ਼ਾਨੀਆਂ ਤੁਸੀਂ ਦੇਖੋ। ਦੋ ਪਿਓ ਪੁੱਤ ਨੇ, ਜ਼ਕਰੀਆ ਖਾਨ ਦਾ ਟਾਈਮ ਹੈ, ਉਹ ਮੌਕਾ ਉਹਦਾ ਜ਼ਕਰੀਆ ਖਾਨ ਬਾਦਸ਼ਾਹ ਦਾ। ਇਹ ਇੰਨਾ ਇਤਬਾਰੀ ਸਿੱਖ ਨੇ, ਜਦੋਂ ਖਾਲਸੇ ਦੀ ਕਿਹਾ ਨਾ ਵੀ ਇਹਨਾਂ ਨੂੰ ਕੁਝ ਹਿੱਸਾ ਦੇ ਦਿਓ, ਤੇ ਉਦੋਂ ਉਸ ਸਿੱਖ ਨੂੰ ਭੇਜਦੇ ਆ। ਇੰਨਾ ਇਤਬਾਰ ਉਹਦੇ ਉੱਤੇ ਜ਼ਕਰੀਆ ਖਾਨ ਨੂੰ, ਉਹਦਾ ਨਾਂ ਹੈ ਸ਼ਬੇਗ ਸਿੰਘ, ਉਹਨੂੰ ਭੇਜਿਆ ਵੀ ਤੂੰ ਜਾ ਕੇ ਖਾਲਸੇ ਨਾਲ ਗੱਲ ਕਰ। ਜਦੋਂ ਭਾਈ ਤਾਰੂ ਸਿੰਘ ਦੇ ਜੋੜੇ ਦੀ ਗੱਲ ਆਉਂਦੀ, ਉਦੋਂ ਵਿੱਚ ਸ਼ਬੇਗ ਸਿੰਘ ਨੂੰ ਭੇਜਿਆ ਸੀ। ਉਹਦਾ ਪੁੱਤਰ ਬਹਿ ਗਿਆ ਜਹੀਆ ਖਾਨ ਤਖਤ ਦੇ ਉੱਤੇ। ਪਿਓ ਪੁੱਤ ਦਾ ਫਰਕ ਪੈ ਗਿਆ।
उधर मैं कह रहा जकरिया खान का पुत्र यहिया खान। इधर की होया जिहड़ा भाई शबेग सिंह है ਉਹਦਾ पुत्र शाहबाज सिंह जाता है काजी दे कोले पढ़न वास्ते। ਉਹਦਾ पुत्र जाता है सिखण वास्ते पढ़न वास्ते। इन्ना होनहार बेटा है, इन्ना होनहार पुत्र है, इन्ना लायक है कि विरोधी का मन भी कहता है कि मैं अपना दमाद बनाना। स्वाद आ गया ना। वो काजी का मन इन्ना ਉਹਦੇ ਤੇ एवं कह लो भी प्रभावित हो गया, वो अपनी धी का रिश्ता करने लिए तैयार हो गया। इन्ना होनहार इन्ना लायक बच्चा वेख के उन्हें गल चला दी कि जे तू इस्लाम च आ जाए तो मैं रिश्ता कर देंगा, दुनिया की हर सुख सहूलत तेन दे देंगा। आ देखियो हुण पीढ़ी गंढ की होंदी है, हर दुनिया की सुख सहूलत दे देंगा तो जे तू इस्लाम च आ जाएगा। उन्हें अपने बाप नाल आके गल की शबेग सिंह हुणां नाल, पिता जी अज इउं होया मेरे नाल, मैं तो उन्होंने पिता समान समझदा जिन्हां कोलों सिखदा हाँ। मेरे मन च कदी उन्होंने प्रति कोई जां उन्होंने परिवार प्रति बची प्रति उन्होंने कदी मन में ख्याल भी नहीं आया मेरा तो मेरे मन में। पर उन्होंने किस तरह सोच लिया मेरे बारे आ कुछ वो मैनू कहते हैं। अगों पिता भी कमाल है, कहता पुत्र एक गल चेते रखी, जे तेनू तेरा पढ़ाने वाला उस्ताद प्रभावित कर रहा है इस्लाम में लियाउण लई, दुनिया की हर सुख सहूलत अपने परिवार का रिश्ता करने बच्ची का भी तैयार हो गया है, तो पुत्र मेरी इन्नी गल ही समझी, जे तेरा मन डोलन लगे तो सरहद दियां नीहां विच अपना ध्यान लै जाई। आ है पीढ़ी गंढ, पुत सरहद दियां नीहां विच अपना ध्यान लै जाई। जे डोलन लगे तो पुत चमकौर की गढ़ी च अपना ध्यान लै जाई। जे डोलन लगे तो पुत तारू सिंह ते जे थोड़ा तेरी पहला शहादत दे के हटिया ना, पुत जे डोलन लगे तो उधर चलिया जाए। पुत जे फिर भी मन डोलदा होवे ते इदा करी चांदनी चौक में अपनी सुरत खड़ी, उसे तीन जाने ने, एक दे शरीर के दो फाड़ हो गए, एक देग में उबालिया गया, एक रूह दे विच लपेट के साड़ दिता गया। पुत जे मन डोलन लगे तो उधर निगाह अपनी लै जाए। तैयार किया पुत्र नूं, पुत पीढ़ी गंढ पाई आपां गुरु नाल, ये लड़ पुत आपां छड्डना नहीं गुरु दा, ये पीढ़ी गंढ है पा ली जिन्हां ने। उन्होंने जाके अगले दिन शहबाज सिंह ने कह दिता भी नहीं, मेरे पिताजी ने भी कहा और मैं भी इस गल नूं मनदा कि अपना धर्म ही प्यारा हुंदा है, ते मैं अपने धर्म में रहना चाहता हाँ, मैं इस्लाम नहीं कबूल करना। मैं हाँ तुहाडे इस्लाम के विरुद्ध नहीं, तुसीं अपने धर्म मुताबिक जियो, मैं तुहानूं कदी कहा ही नहीं आके। तुहाडे परिवार नाल मेरा परिवार वर्गा रिश्ता बन गया, मैं तो सिखदा आके, ये मेरा अपना परिवार बन गया, तुसीं मैनूं मान दिता, इज्जत दित्ती है, मैं तुहाडी कदर करदा हाँ। मैं कहना बच्चे दीयां इन्नियां प्रभावित वालियां गल्लां सन जिहड़ा दा मन बार बार कह रहा सी भी मेरा दमाद बन जाए। आखिरकार की होया, फिर वो इउं कह लो जनूनी बंदा सी, उन्हें फिर ये उल्ट कहानी खेड़ दी। उन्हें आके कह दिता भी ये मेरे को पढ़न आउंदा, इस्लाम के विरुद्ध बोलता है, क्योंकि उन्होंने बेचारा दूजा तो चलिया नहीं, उन्हें क्या इस्लाम के विरुद्ध बोलता है, ये बहुत कुछ मुहम्मद साहब बारे कहता है, इन्हां दी इहदी सोच, वो सारा कुछ उल्ट कह दिता काजी ने, कह के ते भड़का दिता बादशाह नूं। वो इन्ना भड़ गया, वो सारे गल्लां भुल गया, शबेग सिंह वालियां पहलियां वो सारा कुछ भुल भुला के दोवां प्यो पुत्तां नूं कह दिता भी तुहाडे सामने इक्को ही मसला है, जां ते इस्लाम कबूल कर लो जां मरन वास्ते दोनों प्यो पुत्र तैयार हो जाओ। गुरमुखो कदी शबेग सिंह बल्ले वेखो, सधारण बंदा नहीं जे, वो बड़ा अमीर बंदा है, सरकारे दरबारे पूरी पहुंच उहदी है, पैसे की घाट उस बंदे नूं कोई नहीं, दुनिया की हर सुख सहूलत बंदे दे कोल है। वो इन्ना कुछ होवे बंदे दे कोले ते उहनूं इन्नी गल कहे कोई भी तू इस्लाम च आया, ये तो वध सुख सहूलतां मिल जाणगियां। ते अगों शब्द की वरते रतन सिंह भंगू कहंदा है, वो कहंदा की क्या शबेग सिंह ते शहबाज सिंह प्यो पुत्र ने, उन्हें क्या सिखन काज सो गुरु सवारे, आ है पीढ़ी गंढ, सिखन काज सो गुरु सवारे, शीश दिया कि सन परवार है, हम कारण गुर कुल गवाई। वो साडी खातर ते गुरु गोबिंद सिंह ने अपना एक पुत भी नहीं बचा के रखा, हम कारण गुर कुल गवाई, हम कुल राखै कमन वडाई। मैं अपनी कुल बचा लवां, ਇਹਦੇ ਵਿੱਚ ਕਿੱਡੀ ਕੁ ਵੱਡੀ ਵਡਿਆਈ ਹੈ। मैं अपनी कुल बचाने वास्ते इस्लाम कबूल करना ते पुत्र नूं कहां भी तू इस्लाम दे विच आ जा। उन्हें कहा मरना परवान है। फिर की कीता भला, चरखड़ी समझदे ना आपां दंदियां दी बनी हुई गुरमुखो, जिहदे उत्ते लोहे दे स्किल लगे हुए ने, प्यो पुत्र दोनों नूं चढ़ा के गेड़ा दिता गया है चरखड़ी दा। चरखड़ियां ते चढ़ाए भी आपां कहने हां,
ਚਰਖੜੀ ਦਾ ਗੇੜਾ ਦਿੱਤਾ ਗਿਆ ਤੇ ਦੋਨਾਂ ਪਿਓ ਪੁੱਤਾਂ ਦੇ ਉਹ ਜਿਹੜੇ ਕਿੱਲ ਸਨ ਸੂਏ ਸੀ, ਉਹ ਕਹਿ ਲਓ ਕਿ ਸਾਰੇ ਸਰੀਰ ਦੇ ਵਿੱਚ ਖੁੱਭ ਗਏ। ਲਾ ਲਿਆ ਚਰਖੜੀ ਤੋਂ ਥੱਲੇ ਦੋਨਾਂ ਨੂੰ। ਲਾਉਣ ਤੋਂ ਬਾਅਦ ਕਹਿੰਦੇ ਨੇ ਵੀ ਅਜੇ ਵੀ ਮੌਕਾ ਹੈ। ਉਹ ਕਹਿੰਦੇ ਨੇ ਪੀਢੀ ਪਾਈ ਗੰਢਿਆ ਹੈ, ਇਹ ਨਹੀਂ ਟੁੱਟ ਸਕਦੀ, ਇਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਪੱਲਾ ਛਡਾ ਸਕਦੀ ਸਾਡਾ। ਜੋ ਬਾਬਾ ਫਰੀਦ ਸਾਹਿਬ ਕਹਿ ਰਹੇ, ਵਿਆਖਿਆ ਕਰਕੇ ਗਏ ਨਾ, ਸਾਡਾ ਇਤਿਹਾਸ ਦੇ ਸਾਡੇ ਬਜ਼ੁਰਗ ਕਰ ਗਏ ਨਾ ਵਿਆਖਿਆ ਇਹਨਾਂ ਦੀ। ਉਹਨਾਂ ਕਿਹਾ ਨੂੰ ਦੁਨੀਆ ਦੀ ਤਾਕਤ ਨਹੀਂ ਤੋੜ ਸਕਦੀ, ਗੁਰੂ ਨਾਲੋਂ ਪਿਆਰ ਵਾਲਾ, ਪ੍ਰੇਮ ਵਾਲਾ, ਜਿਹੜਾ ਪ੍ਰੀਤ ਵਾਲਾ ਜਿਹੜਾ ਅਸੀਂ ਪੱਲਾ ਪਕੜਿਆ ਗੁਰੂ ਦਾ, ਨਹੀਂ ਕੋਈ ਤੜਾ ਸਕਦਾ। ਆਖਰ ਦੋਨੋਂ ਪਿਓ ਪੁੱਤਰ ਚਰਖੜੀ ਤੇ ਚੜਾ ਕੇ ਬਾਰ-ਬਾਰ ਘੁਮਾਉਣ ਤੋਂ ਬਾਅਦ ਸ਼ਹੀਦ ਹੋਣਾ ਤੇ ਪ੍ਰਵਾਨ ਕਰ ਲਿਆ, ਪਰ ਗੁਰੂ ਦਾ ਲੜ ਨਹੀਂ ਛੱਡਿਆ ਉਹਨਾਂ ਨੇ। ਮੈਂ ਤਾਂ ਕਹਿ ਰਿਹਾ ਗੁਰਮੁਖੋ, ਸਮਾਂ ਹੋ ਗਿਆ ਕਾਫੀ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਜਾਣਾ ਲੜ ਛਿੱਚਣਾ, ਜੇ ਪਤਾ ਵੀ ਇਹ ਲੜ ਜਿਹੜਾ ਨਾ ਛਿੜ ਜਾਣਾ ਹੈ, ਟੁੱਟ ਜਾਣਾ ਹੈ, ਪੀਢੀ ਪਾਈ, ਇਹਨੂੰ ਘੁੱਟ ਕੇ ਗੰਢ ਦੇ ਆ, ਨਾਗ ਵੱਲ ਮਾਰ ਲਾ ਇਹਨੂੰ। ਪੀਢੀ ਪਾਈ ਗੰਢ, ਤੇ ਗੰਢ ਪਾਉਣੀ ਕਿਹਦੇ ਨਾਲ? ਤੈ ਜੇਵਡ ਮੈਂ ਨਾਹੇ ਕੋ, ਸਭ ਜਗ ਡਿਠਾ ਹੰਡ, ਜਿਹਦੇ ਵਰਗਾ ਕੋਈ ਸੰਸਾਰ ਤੇ ਨਹੀਂ ਹੈ। ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਤੈ ਜੀਵਟ ਮੈਂ ਨਾਹੀ, ਜਾਂ ਤੇ ਉੱਪਰ ਕੋ ਨਾਹੀ। ਇੰਨਾ ਵਿਸ਼ਵਾਸ ਹੋਵੇ ਕਿ ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ, ਕੋਏ ਨਾ ਪਹੁੰਚਨ ਹਾਰਾ ਦੂਜਾ, ਤੈ ਜੀਵਟ ਮੈਂ ਨਾਹੀ ਕੋ, ਕੋਏ ਨਾ ਪਹੁੰਚਨ ਹਾਰਾ ਦੂਜਾ। ਆਪਣੇ ਸਾਹਿਬ ਦਾ ਪਰਵਾਸਾ, ਆਪਣੇ ਮਾਲਕ ਦੇ ਉੱਤੇ ਭਰੋਸਾ ਤੇ ਵਿਸ਼ਵਾਸ ਇੰਨਾ ਹੋਵੇ, ਮੇਰੇ ਗੁਰੂ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਤੇ ਨਾਲ ਇਹ ਭਰੋਸਾ ਹੋਵੇ ਕਿ ਸੀਸ ਤਾਂ ਚਲਿਆ ਜਾਏ, ਪਰ ਮੇਰੇ ਪ੍ਰੀਤ, ਮੇਰੇ ਪਿਆਰੇ ਪ੍ਰਭੂ ਨਾਲੋਂ ਕੋਈ ਮੇਰੀ ਗੰਢ ਨਾ ਤੋੜ ਸਕੇ, ਪਿਆਰ ਨਾ ਕੋਈ ਤੋੜ ਸਕੇ, ਪ੍ਰੀਤ ਨਾ ਕੋਈ ਤੋੜ ਸਕੇ, ਦੁਨੀਆ ਦੀ ਕੋਈ ਤਾਕਤ ਨਹੀਂ ਤੋੜ ਸਕੇਗੀ। ਤੁਸੀਂ ਪੱਲਾ ਘੁੱਟ ਕੇ, ਮਹਾਰਾਜ ਨੇ ਬਾਣੀ 'ਚ ਵੀ ਕਿਹਾ, ਹੇ ਵਾਹਿਗੁਰੂ ਪਰਮਾਤਮਾ ਜੀ, ਤੁਸੀਂ ਘੁੱਟ ਕੇ ਬਾਂਹ ਫੜ ਲਓ ਸਾਡੀ, ਭਵ ਸਾਗਰ ਤੋਂ ਤਾਂ ਨਿਕਲ ਸਕਦੇ ਹਾਂ, ਘੁੱਟ ਕੇ ਬਾਂਹ ਫੜ ਲਓ, ਪੱਲਾ ਫੜਾ ਦਿਓ ਸਾਨੂੰ ਆਪਣਾ ਮਹਾਰਾਜ। ਇਹ ਤੁਹਾਡਾ ਪੱਲਾ ਫੜਿਆ ਹੋਏਗਾ ਤਾਂ ਅਸੀਂ ਭਵ ਸਾਗਰ ਨੂੰ ਪਾਰ ਕਰ ਜਾਵਾਂਗੇ। ਸੋ ਖੈਰ, ਇੱਕ ਸ਼ਬਦ ਕਹਿ ਕੇ ਸਮਾਪਤੀ ਕਰਾਂਗਾ, ਤੈ ਜੇਵਟ ਮੈਂ ਨਾਹੀ ਕੋ। ਜਿਨ੍ਹਾਂ ਨੇ ਉਹਨੂੰ ਸਮਝਿਆ ਉਹ ਕਿੱਦਾਂ ਦੇ ਹੁੰਦੇ ਨੇ। ਜੋ ਤੁਮ ਗਿਰਵਰ, ਇਹ ਰਵਿਦਾਸ ਭਗਤ ਦਾ ਸ਼ਬਦ ਹੈ, ਇਹ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਾ, ਤੈ ਜੇਵਟ ਮੈਂ ਨਾਹੇ ਕੋ। ਆ ਹੈ ਜਿਹਨਾਂ ਸੱਜਣ ਬਣਾਇਆ ਉਹਨੂੰ ਆਪਣਾ। ਜੋ ਤੁਮ ਗਿਰਵਰ ਤਉ ਹਮ ਮੋਰਾ, ਗਿਰਵਰ ਪਹਾੜ, ਮੋਰ ਅਰਥ ਸੌਖੇ ਜਿਹੇ ਨੇ, ਮੈਂ ਮੋਰ ਬਣ ਕੇ ਪਹਿਲਾਂ ਪਾਵਾਂ ਜੇ ਤੂੰ ਪਹਾੜ ਹੋਵੇਂ ਤਾਂ। ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਾ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ, ਤੁਮ ਸਿਓ ਤੋਰ ਕਵਨ ਸਿਓ ਜੋਰੇ, ਤੈ ਜੇਵਟ ਮੈਂ ਨਾਹੀ ਕੋ। ਤੇਰੇ ਨਾਲ ਟੁੱਟ ਕੇ ਕਿਹਦੇ ਨਾਲ ਹੋਰ ਜੋੜ ਲਾਂਗੇ? ਤੇਰਾ ਪੱਲਾ ਛੱਡ ਕੇ ਪੱਲਾ ਫੜਨਾ ਹੋਰ ਕਿਹਦਾ ਸੀ? ਭਗਤ ਰਵਿਦਾਸ ਜੀ ਕਹਿ ਰਹੇ ਨੇ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਿਆ, ਤੁਮ ਸਿਓ ਤੋਰ ਕਵਨ ਸਿਓ ਜੋਰੈ, ਜੋ ਤੁਮ ਦੀਵਰਾ ਤਉ ਹਮ ਬਾਤੀ, ਜੋ ਤੁਮ ਤੀਰਥ ਤਉ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਓ जोरी, तुम स्यो जोर अवर संग तोरी, जय जय जाऊं तहाँ तेरी सेवा, तुम स्यो ठाकर और न देवा, तुम स्यो ठाकर और न देवा, तय जेवट में नाहे, तुम स्यो ठाकर और न देवा, तुमने भजन कटे जम पासा, भगत हेत गावे रविदासा। ये है जिन्हों ने पीढ़ी गंढ पाई सी। अज बाबा फरीद साहब ने जो मैं ज़्यादा जोर इस गल उत्ते दिता है कि गुरमुखो, गुरु ग्रंथ साहब महाराज जिन्होंने असं मत्था टेकते नमस्कार करते हैं, बाणी पढ़ते सुनते उन्होंने संगत करते हैं, बस अपनी पीढ़ी गंढ गुरु नाल पा लईए, टुटे ना कदी भी। कोई टाइम आ जाए, कोई समा आ जाए, किन्नी दुख मुसीबत आ जाए, ये पीढ़ी गंढ इन्नी पक्की पा लो, जे सुख देहे तो तुझे आराधी, दुख भी तुझे ध्याई, जे भुख देहे तो इत्थे ही राजा, दुख विच सुख मनाई। इत्थे पहुंचना पेगा पीढ़ी गंढ पाउण लई, दुख विच सुख मनाई। हे वाहिगुरू परमात्मा जी, जे राज देह तां कमन वडाई, ये है पीढ़ी गंढ पाउण वाले कहंदे है। राज देह तां कमन वडाई, भीख मंगावे तां क्या घट जाई, जे कल नूं भिखिया मंगण ला देगा तो फिर की हो जाएगा? पर असीं नहीं कह सकते, क्योंकि साडा जो रुतबा बनिया हुंदा है, साडा जो मान इज्जत बनिया हुंदा है, ਉਹ ਤੇ ਮਾੜਾ ਜਿਹਾ ਫਰਕ ਪੈਣ ਲੱਗੇ ਤਾਂ ਅਸੀਂ ਕਹਿੰਦੇ ਕੌਣ ਹੁੰਦਾ ਬਈ। ਪਰ ਜਿਹੜੇ ਭਗਤ ਸਾਹਿਬਾਨ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਬਹੁਤ ਵਡਿਆਈ ਵਾਹਿਗੁਰੂ ਤੇਰੇ ਭਗਤ ਕਰਕੇ ਹੋ ਰਹੀ ਹੈ, ਤੇ ਕੱਲ ਨੂੰ ਮੰਨ ਲਓ
ਇਹ ਸਾਰਾ ਕੁਝ ਉਲਟ ਹੋ ਜਾਏ ਤੇ ਰੱਬ 'ਚ ਤੇਰੇ ਨਾਲ ਮੈਨੂੰ ਕੀ ਫਰਕ ਪੈਣਾ। ਇਹਦਾ ਮਤਲਬ ਪੀੜੀ ਗੰਢ ਬੜਾ ਗਹਿਰਾ ਸ਼ਬਦ ਹੈ। ਮੈਂ ਤਾਂ ਸਿਰਫ ਥੋੜੇ ਜਿਹੇ ਸ਼ਬਦਾਂ ਵਿੱਚ ਇਹਨੂੰ ਕਹਿ ਦਿੱਤਾ। ਇਹਦੀ ਵਿਆਖਿਆ ਮੈਂ ਕਿਹਾ ਕਈ ਜਨਮ ਆ ਕੇ ਵੀ ਨਹੀਂ ਸੀ ਕਰ ਸਕਦੇ। ਔਰ ਜਿਨ੍ਹਾਂ ਨੇ ਗੰਢ ਪਾਈ ਮੈਂ ਉਹਨਾਂ ਦਾ ਜ਼ਿਕਰ ਕੀਤਾ ਇਤਿਹਾਸ ਵਿੱਚੋਂ ਕਿ ਉਹ ਗੰਢ ਪਾਉਣ ਵਾਲੇ ਸਾਡੇ ਬਜ਼ੁਰਗ ਸਨ, ਸਾਡੇ ਵਡੇਰੇ ਸਨ, ਸਾਡੀਆਂ ਭੈਣਾਂ ਮਾਤਾਵਾਂ ਸਨ, ਜਿਨ੍ਹਾਂ ਨੇ ਸਾਨੂੰ ਇਸ ਦੀ ਵਿਆਖਿਆ ਕਰਕੇ ਸਮਝਾਈ ਹੈ। ਗੁਰੂ ਕਿਰਪਾ ਕਰੇ ਸਾਡਾ ਪਿਆਰ ਪ੍ਰੇਮ ਗੁਰੂ ਨਾਲ ਇਸੇ ਤਰ੍ਹਾਂ ਪਿਆਰ ਰਹੇ ਤਾਂ ਕਿ ਅਸੀਂ ਗੁਰੂ ਦੇ ਸਨਮੁਖ ਜਦੋਂ ਆਉਂਦੇ ਆ ਨਾ, ਮੱਥਾ ਟੇਕਦੇ ਨਮਸਕਾਰ ਕਰਦੇ ਆ ਤੇ ਉਦੋਂ ਮਾਣ ਨਾਲ ਸਿਰ ਉੱਚਾ ਹੋਵੇ ਕਿ ਮਹਾਰਾਜ ਤੁਹਾਡੇ ਹੀ ਹਾਂ, ਅਸੀਂ ਕਿਤੇ ਨਹੀਂ ਜਾਣਾ। ਭਾਈ ਲਹਿਣੇ ਵਾਂਗੂ ਕਹੀਏ ਮਹਾਰਾਜ ਜਿੰਨੀਆਂ ਮਰਜ਼ੀ ਭਾਵੇਂ ਠੋਕਰਾਂ ਪੈ ਜਾਣ ਪਰ ਨਹੀਂ ਜਾਣਾ ਅਸੀਂ ਕਿਤੇ। ਇਸ ਤਰ੍ਹਾਂ ਢਹਿ ਕੇ ਪਵੇ ਰਵਾਂਗੇ ਨਾ ਗੁਰੂ ਦੇ ਦਰ ਉੱਤੇ ਤੇ ਇੱਕ ਦਿਨ ਝੋਲੀ ਭਾਰੇ ਦਿੰਦਾ। ਇੱਕ ਦਿਨ ਤਾਂ ਕੀ ਭਰਦਾ ਹੀ ਹੈ ਵੈਸੇ ਹਮੇਸ਼ਾ ਹੀ, ਪਰ ਸਾਡਾ ਵਿਸ਼ਵਾਸ ਟੁੱਟ ਜਾਂਦਾ ਹੈ, ਮਿੰਟ ਮਿੰਟ ਤੇ ਟੁੱਟ ਜਾਂਦਾ ਹੈ। ਉਹ ਟੁੱਟਣ ਨਾ ਦਈਏ। ਅੱਜ ਵਾਲਾ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਬਸ ਇਹਦੇ ਉੱਤੇ ਕਹਿ ਰਿਹਾ ਕਿ ਉਹ ਸਾਡਾ ਜਿਹੜਾ ਪੀੜੀ ਗੰਢ ਵਾਲਾ ਜਿਹੜਾ ਵਿਸ਼ਵਾਸ ਹੈ ਨਾ ਉਹ ਟੁੱਟਣ ਨਾ ਦਈਏ। ਅਰਦਾਸ ਹੀ ਕਰ ਸਕਦੇ ਗੁਰੂ ਚਰਨਾਂ 'ਚ, ਵਾਹਿਗੁਰੂ ਤੂੰ ਸਾਡੇ ਤੇ ਕਿਰਪਾ ਕਰ, ਉਹ ਪਿਆਰ ਮੁਹੱਬਤ ਪ੍ਰੇਮ ਸਤਿਗੁਰੂ ਤੇਰੇ ਨਾਲ ਬਣਿਆ ਰਹੇ। ਮੇਰੇ ਕੋਲੋਂ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।